ਪੰਥਕ.fm ਦੇ ਸਰੋਤਿਆਂ ਲਈ ਪੰਥਕ ਵਿਦਵਾਨਾਂ ਦੀ ਚੱਲ ਰਹੀ ਵਿਸ਼ੇਸ਼ ਮੁਲਾਕਾਤਾਂ ਦੀ ਕੜੀ ਵਿੱਚ ਅੱਜ ਅਸੀਂ ਪੰਥਕ ਦੇ ਸਰੋਤਿਆਂ ਲਈ ਵਿਸ਼ੇਸ਼ ਤੌਰ ਤੇ ਡਾਕਟਰ ਅਨੁਰਾਗ ਸਿੰਘ ਜੀ ਨੂੰ ਲੈ ਕੇ ਹਾਜ਼ਰ ਹੋਏ ਹਾਂ। ਡਾਕਟਰ ਸਾਹਿਬ ਨੂੰ ਗੁਰਮਤ ਗਿਆਨ ਅਤੇ ਵਿਦਵਤਾ ਦੀ ਗੁੜਤੀ ਆਪ ਜੀ ਦੇ ਪਿਤਾ ਜੀ ਗੁਰਪ੍ਰਵਾਸੀ ਡਾਕਟਰ ਤਲੋਚਨ ਸਿੰਘ ਜੀ ਚੋਂ ਮਿਲੀ ਹੈ। ਡਾਕਟਰ ਤਲੋਚਨ ਸਿੰਘ ਦੀ ਸ਼ਖਸੀਅਤ ਤੋਂ ਸ਼ਾਇਦ ਹੀ ਪੰਥ ਦਾ ਕੋਈ ਐਸਾ ਵਿਅਕਤੀ ਹੋਏਗਾ ਜਿਹੜਾ ਨਾ ਜਾਣੂ ਹੋਵੇ ਤੇ ਡਾਕਟਰ ਸਾਹਿਬ ਵੀ ਆਪਣੇ ਪਿਤਾ ਪੁਰਖੀ ਪਾਏ ਹੋਏ ਪੂਰਨਿਆਂ ਤੇ ਨਿਰੋਲ ਤਤ ਗੁਰਮਤ ਦੇ ਪ੍ਰਚਾਰ ਲਈ ਜਿਸ ਪ੍ਰਕਾਰ ਤਤਪਰ ਹਨ, ਉਸ ਦੀਆਂ ਉਦਾਹਰਨਾਂ ਤੁਸੀਂ ਆਉਣ ਵਾਲੇ ਸਮੇਂ 'ਚ ਡਾਕਟਰ ਸਾਹਿਬ ਨੂੰ ਜਦੋਂ ਅਸੀਂ ਸਵਾਲ ਜਵਾਬ ਕਰਾਂਗੇ ਉਸ ਵਿੱਚੋਂ ਉਸ ਦਾ ਪ੍ਰਤੱਖ ਮੁਜੱਸਮਾ ਆਪ ਜੀ ਨੂੰ ਦੇਖਣ ਨੂੰ ਮਿਲੇਗਾ। ਸੋ ਪੰਥਕ ਵੱਲੋਂ ਪਹਿਲਾ ਸਵਾਲ ਡਾਕਟਰ ਸਾਹਿਬ ਨੂੰ ਅਸੀਂ ਕਰ ਰਹੇ ਹਾਂ। ਡਾਕਟਰ ਸਾਹਿਬ, ਗੁਰਮਤ ਗਿਆਨ ਦੇ ਗੁਰਮਤ ਦੀ ਖੋਜ ਦੇ ਖੇਤਰ 'ਚ ਆਪ ਜੀ ਦੇ ਪਿਤਾ ਜੀ ਦਾ ਇੱਕ ਬਹੁਤ ਵਿਸ਼ੇਸ਼ ਸਥਾਨ ਸੀ। ਆਪ ਜੀ ਨੇ ਨਿਸ਼ਚਿਤ ਤੌਰ ਤੇ ਉਹਨਾਂ ਤੋਂ ਤਾਂ ਗੁੜਤੀ ਲਈ ਹੈ ਇਸ ਖੇਤਰ 'ਚ। ਇਸ ਤੋਂ ਇਲਾਵਾ ਹੋਰ ਕਿਹੜੇ ਐਸੇ ਪੰਥਕ ਵਿਦਵਾਨ ਹਨ ਜਿਨ੍ਹਾਂ ਨੇ ਆਪ ਜੀ ਨੂੰ ਇਸ ਖੇਤਰ ਵਿੱਚ ਬਹੁਤ ਪ੍ਰਭਾਵਿਤ ਕੀਤਾ ਹੈ? ਮੇਰੇ ਲਈ ਸਭ ਤੋਂ ਜ਼ਿਆਦਾ ਪ੍ਰਭਾਵ ਕਰਨ ਵਾਲੇ ਮੇਰੇ ਪਿਤਾ ਜੀ ਹੀ ਨੇ, ਡਾਕਟਰ ਤਲੋਚਨ ਸਿੰਘ, ਦੂਸਰੇ ਸਰਦਾਰ ਕਪੂਰ ਸਿੰਘ, ਤੀਸਰੇ ਭਾਈ ਸਾਹਿਬ ਭਾਈ ਰਣਧੀਰ ਸਿੰਘ। ਇਹ ਤਿੰਨ ਸ਼ਖਸੀਅਤਾਂ ਐਸੀਆਂ ਨੇ ਜਿਨ੍ਹਾਂ ਨੇ ਮੇਰੀ ਲਾਈਫ ਨੂੰ ਇੱਕ ਬਹੁਤ ਵੱਡਾ ਕਹਿ ਲਓ ਚੇਂਜ ਦਿੱਤੀ ਹੈ ਇਸ ਪਾਸੇ ਲਿਆਉਣ ਲਈ। ਦੂਸਰੀ, ਮੇਰੇ ਬਾਪ ਦੀ ਆਪਣੀ ਕਮਾਈ ਜਿਹੜੀ ਹੈ ਉਹੀ ਅੱਗੇ ਚੱਲਦੀ ਹੈ, ਜਿਹੜੀ ਸੁੱਚੀ ਹੋਵੇ। ਡਾਕਟਰ ਸਾਹਿਬ, ਮੌਜੂਦਾ ਸਮੇਂ 'ਚ ਜੋ ਪੰਥਕ ਹਾਲਾਤ ਬਣ ਰਹੇ ਹਨ, ਇਹਨਾਂ ਜਿਸ ਤਰ੍ਹਾਂ ਨਾਨਕਸ਼ਾਹੀ ਕੈਲੰਡਰ ਦਾ ਮਸਲਾ, ਦਸ਼ਮ ਗ੍ਰੰਥ ਦਾ ਮਸਲਾ, ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ ਦਾ ਮਸਲਾ, ਇਹਨਾਂ ਵਿੱਚੋਂ ਇਸ ਸਮੇਂ ਦਸ਼ਮ ਗ੍ਰੰਥ ਸੰਬੰਧੀ ਜੋ ਵਿਚਾਰ ਵਟਾਂਦਰਾ ਚੱਲ ਰਿਹਾ ਹੈ, ਉਸ ਵਿੱਚ ਐਸਾ ਕਿਹਾ ਜਾਂਦਾ ਹੈ ਕਿ ਡਾਕਟਰ ਅਨੁਰਾਗ ਸਿੰਘ ਜੀ ਦਸ਼ਮ ਗ੍ਰੰਥ ਦੇ ਪੱਖ ਵਿੱਚ ਇੱਕ ਧਿਰ ਬਣ ਕੇ ਖੜੇ ਹਨ। ਆਪ ਜੀ ਦਾ ਦਸ਼ਮ ਗ੍ਰੰਥ ਦਾ ਆਪਣਾ ਅਧਿਐਨ ਹੈ। ਕੀ ਦਸ਼ਮ ਬਾਣੀ ਦੇ ਆਧਾਰ ਤੇ ਆਪ ਜੀ ਪੰਥਕ ਦੇ ਸਰੋਤਿਆਂ ਨੂੰ ਐਸਾ ਕੁਝ ਦੱਸਣਾ ਪਸੰਦ ਕਰੋਗੇ ਕਿ ਕੀ ਕਾਰਨ ਹੈ ਕਿ ਇਤਨੀ ਦ੍ਰਿੜਤਾ ਨਾਲ ਆਪ ਜੀ ਦਸ਼ਮ ਬਾਣੀ ਦੇ ਬਾਰੇ ਸੰਗਤਾਂ ਵਿੱਚ ਪ੍ਰਚਾਰ ਲਈ ਤੇ ਪੰਥ ਵਿਰੋਧੀ ਤਾਕਤਾਂ ਦਾ ਜਵਾਬ ਦੇਣ ਲਈ ਤਤਪਰ ਹੋ ਰਹੇ? ਦਸ਼ਮ ਬਾਣੀ ਦੀ ਕਿਹੜੀ ਵਿਸ਼ੇਸ਼ਤਾ ਹੈ? ਇਸ ਤਰ੍ਹਾਂ ਜਿਹੜਾ ਸਭ ਤੁਸੀਂ ਦੇਖੋਗੇ ਕਿ ਸਾਡੇ ਹਰਿਮੰਦਰ ਸਾਹਿਬ ਦੇ ਅੱਗੇ ਹੀ ਅਕਾਲ ਤਖ਼ਤ ਹੈ। ਇਹ ਸਿੱਖੀਜ਼ਮ ਜਿਹੜਾ ਸਿੱਖ ਧਰਮ ਹੈ ਉਹ ਇੱਕ ਦਿਨ 'ਚ ਨਹੀਂ ਬਣਿਆ, 10 ਜਾਮਿਆਂ 'ਚ ਬਣਿਆ। ਇਸ ਦੀ ਇੱਕ ਐਵੋਲੂਸ਼ਨ ਹੈ। ਹੁਣ ਅਸੀਂ ਇਹ ਕਹੀਏ ਵੀ ਹਰਿਮੰਦਰ ਸਾਹਿਬ ਦੇ ਅੱਗੇ ਫਿਰ ਅਕਾਲ ਤਖ਼ਤ ਕਿਉਂ ਬਣਾਇਆ? ਬਸ ਹਰਿਮੰਦਰ ਸਾਹਿਬ ਤੇ ਅਕਾਲ ਤਖ਼ਤ ਜੋ ਫਰਕ ਹੈ ਉਹੀ ਗੁਰੂ ਗ੍ਰੰਥ ਸਾਹਿਬ ਤੇ ਦਸਮ 'ਚ ਫਰਕ ਹੈ। ਜੇ ਤੁਸੀਂ ਕੁਰਾਨ ਸ਼ਰੀਫ ਵੀ ਪੜ੍ਹੋਗੇ ਨਾ, ਜਿਹੜੇ ਮੱਕੇ ਦੇ ਆਇਤਾਂ ਨੇ ਤੇ ਮਦੀਨੇ ਦੀਆਂ ਆਇਤਾਂ ਨੇ, ਉਹੀ ਫਰਕ ਗੁਰੂ ਗ੍ਰੰਥ ਸਾਹਿਬ ਤੇ ਦਸਮ ਗ੍ਰੰਥ 'ਚ। ਹਰੇਕ ਕਮਿਊਨਿਟੀ ਜਿਹੜੀ ਹੌਲੀ ਹੌਲੀ ਉਭਰਦੀ ਹੈ ਉਹ ਪਹਿਲੇ ਦਿਨ ਤੋਂ ਹੀ ਨਹੀਂ ਆਪਣੇ ਸ਼ਿਸ਼ਾਂ ਨੂੰ ਕਿਸੇ ਧਰਮ ਦੇ ਨਾਲ ਜਾਂ ਕਿਸੇ ਧਰਮ ਯੁੱਧ ਦੀ ਗੱਲ ਕਰਦੀ, ਇਸ ਲਈ ਟਾਈਮ ਲੱਗਦਾ। ਨਹੀਂ ਤਾਂ ਖਾਲਸਾ ਤਾਂ ਗੁਰੂ ਨਾਨਕ ਸਾਹਿਬ ਵੀ ਸਾਜ ਦਿੰਦੇ। ਨਿਰਮਲ ਪੰਥ ਤੋਂ ਖਾਲਸਾ ਪੰਥ ਦਾ ਜਿਹੜਾ ਸਫ਼ਰ ਹੈ ਉਹ ਥੋੜਾ ਸਫ਼ਰ ਨਹੀਂ, ਇਹਨੂੰ 9 ਜਾਮਿਆਂ 'ਚ ਲੈ ਕੇ ਗੁਰੂ ਸਾਹਿਬ ਨੇ ਇੱਕ ਐਵੋਲੂਸ਼ਨ ਹੈ। ਉਹਦੇ ਚੋਂ ਕਈ ਧਿਰਾਂ ਨਿਕਲੀਆਂ, ਕਈ ਗੁਰੂ ਘਰ ਦੇ ਵਿਚੋਸ ਵਕਤੀ ਵਿਰੋਧੀ ਨਿਕਲੇ ਨੇ, ਅਸੀਂ ਜਾਣਦੇ ਹਾਂ। ਸਭ ਤੋਂ ਪਹਿਲਾਂ ਮੀਣੇ, ਫਿਰ ਧੀਰ ਮਲੀਏ, ਫਿਰ ਰਾਮ ਰਈਏ, ਫਿਰ ਅਜੀਤ ਮਲੀਏ, ਫਿਰ ਤੁਹਾਡੇ ਮਿਸਲ ਪੀੜ 'ਚ ਆ ਕੇ ਨਿਰੰਜਣੀਏ। ਇਹ ਧਿਰਾਂ ਸਾਡੇ 'ਚੋਂ ਨਿਕਲੀਆਂ। ਅੱਜ ਕੱਲ ਜੇ ਕਹੋਗੇ ਤੇ ਨਿਰੰਕਾਰੀ, ਭੈਣ ਰਾਧਾ ਸੁਆਮੀ, ਹੁਣ ਤੱਕ ਕੋਈ ਧਿਰ ਦਾ ਹੀ ਪਤਾ ਨਹੀਂ, ਕਿਉਂਕਿ ਅੰਦਰ ਹੀ ਜਿਹਨੂੰ ਅਸੀਂ ਕਹਿੰਦੇ ਨਾ ਭਾਈ ਦਇਆ ਸਿੰਘ ਦੇ ਹੁਕਮ ਦਾ ਜਿਹੜਾ ਉਹਨਾਂ ਦਾ ਰਹਿਤਨਾਮਾ ਹੈ, ਉਹ 'ਚ 5 ਤਰ੍ਹਾਂ ਦੇ ਸਿੱਖ ਦਿੱਤੇ ਨੇ। ਇਹ ਨਹੀਂ ਗੁਰੂ ਸਾਹਿਬ ਵੇਲੇ ਵੀ ਸੀ, ਭੇਖ ਦੀ ਸਿੱਖੀ, ਧੰਦੇ ਦੇ ਸਿੱਖ, ਦੇਖਾ ਦੇਖੀ ਦੇ ਸਿੱਖ, ਹਿਰਸੀ ਸਿੱਖ ਤੇ ਸਿਦਕੀ ਸਿੱਖ। ਹੁਣ ਸਾਡੇ ਕੋਲ ਭੇਖ ਦੀ ਸਿੱਖੀ ਜਿਹੜੀ ਹੈ ਬਹੁਤ ਜ਼ਿਆਦਾ ਚੱਲ ਰਹੀ ਹੈ। ਦਸਮ ਗ੍ਰੰਥ ਦਾ ਵਿਰੋਧ ਜਿਹੜਾ ਹੈ ਉਹ ਅੱਜ ਦਾ ਨਹੀਂ ਹੈ, 80 ਸਾਲ ਤੋਂ ਸ਼ੁਰੂ ਹੈ। ਪਸੌੜੀਆਂ ਨੇ ਸ਼ੁਰੂ ਕੀਤਾ। ਔਰ ਤੁਸੀਂ ਇਹ ਦੇਖੋਗੇ ਕਿ ਪੈਂਫਲੇਟ ਜਿਹੜੇ ਵੰਡੇ ਜਾਂਦੇ ਨੇ ਉਹਨਾਂ ਦੇ ਵਿੱਚ ਸਿਰਫ ਬੰਦੇ ਦਾ ਨਾਮ ਬਦਲ ਜਾਂਦਾ, ਚਾਹੇ ਉਹ ਪੈਂਫਲੇਟ ਪਸੌੜੀਆਂ ਨੇ ਕੱਢੇ, ਚਾਹੇ ਉਹ
ਸ਼ਮਸ਼ੇਰ ਸਿੰਘ ਅਸ਼ੋਕ ਨੇ ਕੱਢੇ, ਚਾਹੇ 1966 ਕਰਤਾਰ ਸਿੰਘ ਬਾੜੀ ਨੇ ਕੱਢੇ, ਚਾਹੇ ਉਹ ਭਾਗ ਸਿੰਘ ਨੇ ਕੱਢੇ, ਚਾਹੇ ਡਾਕਟਰ ਰਤਨ ਸਿੰਘ ਜੱਗੀ ਨੇ ਥੀਸਿਸ ਦਿੱਤੀ ਹੈ, ਚਾਹੇ ਉਹ ਜਸਵਿੰਦਰ ਸਿੰਘ ਨੇ, ਚਾਹੇ ਉਹ ਆਪਣਾ ਸਪੋਕਸਮੈਨ ਕੱਢ ਰਿਹਾ, ਚਾਹੇ ਹੁਣ ਦਰਸ਼ਨ ਸਿੰਘ ਹੈ। ਸਿਰਫ ਨਾਮ ਬਦਲ ਗਏ ਨੇ। ਉਹ ਸਾਰੇ ਦਸਮ ਗ੍ਰੰਥ ਦੇ ਵਿੱਚੋਂ ਕੁਝ ਅੰਸ਼ ਜਿਹੜੇ ਕਹਿੰਦੇ ਨੇ ਉਹ ਉਹੀ ਨੇ ਜਿਹੜੇ ਇਹਨਾਂ ਨੂੰ ਥੋੜੇ ਥੋੜੇ ਪੜ੍ਹ ਕੇ ਲੋਕਾਂ ਨੂੰ ਪਰਮਾਣਾ। ਤੇ ਮੈਂ ਜੇ ਕਰਨਾ ਹੋਵੇ ਤੇ ਗੁਰੂ ਗ੍ਰੰਥ ਸਾਹਿਬ ਚੋਂ ਵੀ ਇੱਥੋਂ ਕੱਢ ਲਓ। ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਤੁਸੀਂ ਇਹੋ ਜਿਹੀਆਂ ਐਟਲੀਸਟ 700 ਸ਼ਬਦ ਹੈ ਜਿਹਦੇ ਚੋਂ ਤੁਹਾਨੂੰ ਅਵਤਾਰਵਾਦ ਝਲਕਦਾ ਨਜ਼ਰ ਆਏਗਾ। ਔਰ ਜਿੰਨੇ ਮੈਥੋਲੋਜੀਕਲ ਰੈਫਰੈਂਸਿਸ ਨੂੰ ਮੈਥੋਲੋਜੀ ਕਹਿੰਦੇ ਆ, ਜਿੰਨੇ ਮੈਥੋਲੋਜੀਕਲ ਰੈਫਰੈਂਸ ਗੁਰੂ ਗ੍ਰੰਥ ਸਾਹਿਬ ਚ ਨੇ ਉਸ ਤੋਂ ਘੱਟ ਦਸਮ ਗ੍ਰੰਥ ਚ ਨੇ। ਔਰ ਦੂਸਰੀ ਗੱਲ ਇਹ ਹੈ, ਤੁਸੀਂ ਇਹ ਦੇਖੋਗੇ ਜਿੰਨੇ ਇਹ ਆਥਰ ਨੇ, ਜਿੰਨੇ ਵੀ ਜਿਹੜੇ ਕਿ ਵਿਰੋਧ ਖੜੇ ਹੋ ਜਾਂਦੇ ਨੇ, ਉਹ ਕਿਸੇ ਟਾਈਮ ਹੱਕ 'ਚ ਲਿਖਣ ਵਾਲੇ ਸੀ। ਮੈਂ ਤੁਹਾਨੂੰ ਥੋੜਾ ਜਿਹਾ ਦੀ ਐਗਜ਼ਾਮਪਲ ਦੇ ਦਿੰਦਾ। ਡਾਕਟਰ ਰਤਨ ਸਿੰਘ ਜੱਗੀ 1966 ਥੀਸਿਸ ਦਿੰਦੇ ਕਿ ਦਸਮ ਗ੍ਰੰਥ ਗੁਰੂ ਸਾਹਿਬ ਦੀ ਰਚਨਾ ਨਹੀਂ। 1966 ਚ ਹੀ ਉਸੇ ਯੂਨੀਵਰਸਿਟੀ, ਪੰਜਾਬ ਯੂਨੀਵਰਸਿਟੀ ਦੇ ਇੱਕ ਮੈਗਜ਼ੀਨ ਨਿਕਲਦਾ ਪਰਖ, ਉਹਦੇ ਚ ਆਪਣੀ ਥੀਸਿਸ ਦੇ ਉਲਟ ਇੱਕ ਲੇਖ ਲਿਖਦੇ ਨੇ ਵਚਿੱਤਰ ਨਾਟਕ ਦੇ ਹੱਕ ਵਿੱਚ। ਸਾਨੂੰ ਤਾਂ ਇਹ ਖਿਆਲ ਹੈ ਨਾ ਵੀ ਕਿਤੇ ਸੰਤ ਵਿਰਸਾ ਸਿੰਘ ਨੇ ਪੈਸੇ ਦੇ ਕੇ ਲਿਖਾ ਲਿਆ 5 ਵਾਲੀਅਮ 6 ਵਾਲੀਅਮ ਚ ਕਿਤਾਬ ਤੇ ਇਹ ਹੱਕ ਚ ਆ ਗਏ, ਹੱਕ ਚ ਨਹੀਂ ਆ ਗਏ। ਇਹ ਸਿਰਫ ਇਹ ਹੈ। ਫਿਰ ਉਸ ਤੋਂ ਬਾਅਦ ਅਗਲੇ ਹੋਰ ਤੁਹਾਨੂੰ ਜਿੰਨੇ ਬੰਦੇ ਕਹੋਗੇ ਦੈਨ ਤੁਹਾਡੇ ਅੱਜ ਕੱਲ ਤੁਹਾਡੇ ਹਰਿੰਦਰ ਸਿੰਘ ਮਹਿਬੂਬ ਦੀ ਸਹਿਜੇ ਰਜੋ ਖਾਲਸਾ ਜਿਹੜੀ ਕਿਤਾਬ ਹੈ ਉਹਨੇ 40 ਪੇਜ ਲਾਏ ਸਿਰਫ ਇਹ ਸਾਬਤ ਕਰਨ ਲਈ ਕਿ ਵਚਿੱਤਰ ਨਾਟਕ ਗੁਰੂ ਸਾਹਿਬ ਦੀ ਰਚਨਾ ਨਹੀਂ। ਇਲਾਈ ਨਜ਼ਰ ਦੇ ਪੈਂਡੇ ਗੁਰੂ ਨਾਨਕ ਸਾਹਿਬ ਵਾਲੀ ਦੇਖੋ, ਇੰਟਰੋਡਕਸ਼ਨ ਚ ਦੇ ਰਹੇ ਨੇ ਕਿ ਡਾਕਟਰ ਫੌਜਾ ਸਿੰਘ, ਡਾਕਟਰ ਗੰਡਾ ਸਿੰਘ ਨੇ ਗੁਰੂ ਗੋਬਿੰਦ ਸਿੰਘ ਦੀ ਇਹ ਇਤਿਹਾਸਕ ਰਚਨਾ ਨੂੰ ਅੱਖੋਂ ਓਲੇ ਕਰਕੇ ਵਚਿੱਤਰ ਨਾਟਕ ਨੂੰ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਲਿਖ ਕੇ ਬਹੁਤ ਵੱਡੀ ਭੁੱਲ ਕੀਤੀ। ਇਹ ਡਾਕਟਰ ਹਰਿੰਦਰ ਸਿੰਘ ਮਹਿਬੂਬ ਨੇ। ਹੋਰ ਕਿਸੇ ਡਾਕਟਰ ਗੁਰਨਾਮ ਕੌਰ ਜੋ ਚੰਡੀਗੜ੍ਹ ਲਈ ਲਿਖੇਗੀ ਤਾਂ ਕਹੇਗੀ ਗੁਰੂ ਸਾਹਿਬ ਦੀ ਰਚਨਾ ਨਹੀਂ, ਤੇ ਜੇ ਪੰਜਾਬੀ ਯੂਨੀਵਰਸਿਟੀ ਪਟਿਆਲੇ ਲਈ ਲਿਖਦੀ ਹੈ ਤੇ ਕਹਿੰਦੀ ਹੈ ਗੁਰੂ ਸਾਹਿਬ ਦੀ ਰਚਨਾ। ਇਸੇ ਤਰ੍ਹਾਂ ਮਿਸ਼ਨਰੀ ਕਾਲਜ ਲਈ ਲਿਖਦੇ ਸੀ ਤੁਹਾਡੇ ਪ੍ਰਿੰਸੀਪਲ ਹਰਭਜਨ ਸਿੰਘ। ਜਦੋਂ ਸ਼੍ਰੋਮਣੀ ਕਮੇਟੀ ਲਈ ਸੀ ਤੇ ਗੁਰੂ ਸਾਹਿਬ ਦੀ ਰਚਨਾ ਇਹ ਸ੍ਰੀ ਦਸਮ ਗ੍ਰੰਥ ਸਾਹਿਬ ਹੈ। ਜਦੋਂ ਮਿਸ਼ਨਰੀ ਲਈ ਲਿਖੋ ਇਹ ਗੁਰੂ ਸਾਹਿਬ ਦੀ ਰਚਨਾ ਨਹੀਂ। ਅੱਜ ਕੱਲ ਨਵੇਂ ਆਏ ਨੇ ਡਾਕਟਰ ਹਰਜਿੰਦਰ ਸਿੰਘ ਦਲਗੀਰ, ਉਹਨਾਂ ਦੀ ਸਿੱਖ ਰੈਫਰੈਂਸ ਬੁੱਕ ਪੜ੍ਹੋ, ਇੱਕ ਇੱਕ ਰਚਨਾ ਨੂੰ ਗੁਰੂ ਸਾਹਿਬ ਦੀ ਰਚਨਾ ਕਿਹਾ ਗਿਆ। ਔਰ ਵਚਿੱਤਰ ਨਾਟਕ ਲਈ ਕਹਿ ਰਹੇ ਨੇ this is one of the most important historical document from the pen of Guru Gobind Singh which gives eyewitness account of the pre-Khalsa period battles। ਜਦੋਂ ਮਿਸ਼ਨਰੀਆਂ ਲਈ ਲਿਖ ਰਹੇ ਨੇ ਸਾਚੀ ਨਾਟਕ, ਭਿਅੰਤਰ ਨਾਟਕ ਕੀ ਇੰਡੀਕੇਟ ਕੀ ਕਰਦਾ ਕਿ ਇਹ ਲੋਕਾਂ ਕੋਲ ਦਿਮਾਗ ਹੈ, ਗਿਰਵੀ ਰੱਖੇ ਨੇ, ਕਲਮ ਹੈ, ਉਧਾਰੀ ਹੈ। ਨਹੀਂ ਤਾਂ ਇੱਕ ਆਥਰ ਆਪਣੀ ਸਟੇਟਮੈਂਟ ਬਦਲਣ ਲੱਗਿਆ ਪਹਿਲਾਂ ਇਹ ਜ਼ਰੂਰ ਲਿਖੇਗਾ ਕਿ ਜੀ ਇਹ ਸੰਨ ਚ ਮੈਂ ਸਟੇਟਮੈਂਟ ਦਿੱਤੀ ਸੀ, ਮੇਰੇ ਇਹ ਵਿਚਾਰ ਸਨ, ਮੈਂ ਹੁਣ ਵਿਚਾਰ ਬਦਲੇ ਨੇ, ਉਹਦੇ ਕਾਰਨ ਇਹ ਨੇ। ਪ੍ਰੋਫੈਸਰ ਦਰਸ਼ਨ ਸਿੰਘ ਨਵੇਂ ਆ ਗਏ, ਇਹ ਸਭ ਤੋਂ ਪਹਿਲਾਂ ਇਹਨਾਂ ਨੇ ਜਿਹੜੀ ਸਟੇਟਮੈਂਟ ਦਿੱਤੀ ਸੀ ਸਨ 2000 11 ਮਈ 2000 ਚੰਡੀਗੜ੍ਹ, ਜਿਸ ਤੱਕ ਮੈਨੂੰ ਆਈਡੀਆ ਵੀ ਹੈ, ਪੂਰਾ ਯਾਦ ਵੀ ਹੈ। ਇਹਨਾਂ ਨੇ ਉਦੋਂ ਸਟੇਟਮੈਂਟ ਦਿੱਤੀ ਕਿ ਦਸਮ ਗ੍ਰੰਥ ਗੁਰੂ ਗੋਬਿੰਦ ਸਿੰਘ ਦੀ ਡੈਥ ਤੋਂ 150 ਸਾਲ ਬਾਅਦ ਅੰਗਰੇਜ਼ਾਂ ਨੇ ਪ੍ਰਚਲਿਤ ਕੀਤਾ, ਇਹਦੀ ਹੋਂਦ ਹੀ ਨਹੀਂ ਸੀ। ਹੁਣ ਇਹ ਜੀ ਸਟੇਟਮੈਂਟ ਕੋਈ ਆਮ ਆਦਮੀ ਦੇ ਦੇਵੇ ਤੇ ਕੋਈ ਗੱਲ ਨਹੀਂ। ਇੱਕ ਉਹ ਇਨਸਾਨ ਜਿਸ ਨੇ ਸਾਰੀ ਉਮਰ ਕੀਰਤਨ ਵੀ ਕੀਤਾ ਹੋਵੇ ਦਸਮ ਗ੍ਰੰਥ ਚੋਂ, ਅਕਾਲ ਤਖਤ ਦਾ ਜਥੇਦਾਰ ਰਹਿ ਕੇ ਅੰਮ੍ਰਿਤ ਵੀ ਛਕਾਇਆ ਹੋਵੇ ਤੇ ਆਪ ਵੀ ਕਹਿੰਦੇ ਜੀ ਮੈਂ ਛਕਿਆ ਆਇਆ, ਤੇ ਉਹ ਕਵੇ ਕਿ 150 ਸਾਲ ਬਾਅਦ ਗੁਰੂ ਸਾਹਿਬ ਦੇ ਜੋਤੀ ਜੋਤ ਸਮਾਨ ਤੋਂ ਬਾਅਦ ਅੰਗਰੇਜ਼ਾਂ ਨੇ ਪ੍ਰਚਲਿਤ ਕੀਤਾ,
ਇਦੋਂ ਵੱਧ ਲੋਕਾਂ ਨੂੰ ਗੁੰਮਰਾਹ ਕਰਨ ਵਾਲੀ ਸਟੇਟਮੈਂਟ ਕੀ ਹੋ ਸਕਦੀ? ਉਸ ਵਕਤ ਜੋ ਸਟੇਟਮੈਂਟ ਦਿੱਤੀ ਤੇ ਜਸਟਿਸ ਕੁਲਦੀਪ ਫਿਰ ਨੇ ਜਦੋਂ ਨਵੀਂ ਹਾਲੇ ਬਣੀ ਸੀ ਉਹ ਵਰਲਡ ਸਿੱਖ ਕੌਂਸਲ ਤੇ ਉਹਦੇ ਉੱਪਰ ਚੇਅਰਮੈਨ ਸਨ, ਤੇ ਉਹਨਾਂ ਨੂੰ ਇਹਨਾਂ ਨੇ ਕਿਸੇ ਤਰ੍ਹਾਂ ਕਹਿ ਲਓ ਮਨਾ ਲਿਆ। ਤੇ ਮੈਂ ਜਦੋਂ ਸਟੇਟਮੈਂਟ ਪੜ੍ਹੀ ਤੇ ਮੈਂ ਇੱਕ ਕਾਫੀ ਲੰਬੀ ਚੌੜੀ ਚਿੱਠੀ ਵੀ ਲਿਖੀ ਜਸਟਿਸ ਕੁਲਦੀਪ ਸਿੰਘ ਨੂੰ ਕਿ ਵੀ ਹਾਈਜੈਕ ਕਰਨਾ ਚਾਹੁੰਦੇ ਨੇ ਵਰਲਡ ਸਿੱਖ ਕੌਂਸਲ ਨੂੰ, ਨਵੀਂ ਵਾਲੇ ਬਣੀ ਹੈ। ਤੇ ਉਹਨਾਂ ਨੇ ਬਹੁਤ ਹੀ ਸੁੰਦਰ ਜਵਾਬ ਦਿੱਤਾ ਜਿਹੜਾ ਅੱਜ ਵੀ ਮੇਰੇ ਕੋਲ ਪਿਆ ਕਿ ਜੀ ਤੁਸੀਂ ਇਹ ਤੁਹਾਡੀ ਇੱਕ ਆਪਣੇ ਮਨ ਚੋਂ ਖਦਸ਼ਾ ਕੱਢ ਦਿਓ ਕਿ ਵਰਲਡ ਸਿੱਖ ਕੌਂਸਲ ਨੂੰ ਕੋਈ ਵੀ ਇਨਸਾਨ ਹਾਈਜੈਕ ਕਰ ਸਕਦਾ। ਸਾਡੀ ਇਹ ਹੈ ਕਿ ਇਹ ਬੰਦੇ ਜੋ ਲੋਕ ਗੁਰੂ ਦਾ ਤੇ ਸਿੱਖ ਕੌਮ ਦਾ ਅਖਬਾਰਾਂ 'ਚ ਤਮਾਸ਼ਾ ਬਣਾ ਰਹੇ ਨੇ ਉਹ ਤਮਾਸ਼ਾ ਨਾ ਬਣੇ। ਐਗਜ਼ੈਕਟ ਅੰਗਰੇਜ਼ੀ ਵਰਡਿੰਗ ਲੈਣੀ ਹੋਵੇਗੀ ਤੁਸੀਂ ਉਹ ਵੀ ਲੈ ਸਕਦੇ ਹੋ। ਐਂਡ ਲੈਟ ਅਸ ਟੇਕ ਦੀ ਬੁੱਲ ਬਾਈ ਦੀ ਹੌਰਨ। ਅਗਰ ਇਹੀ ਜਿਹੜੇ ਬੁੱਲਸ ਨੇ ਉਸ ਵਕਤ ਹੀ ਇਹਨਾਂ ਦੇ ਸਿੰਘ ਫੜੇ ਹੁੰਦੇ ਅੱਜ ਇਹ ਪ੍ਰੋਬਲਮ ਨਾ ਹੁੰਦੀ। ਪ੍ਰੋਫੈਸਰ ਦਰਸ਼ਨ ਸਿੰਘ ਨੂੰ ਪੁੱਛੇ ਕੋਈ ਵੀ ਕੀ ਤੂੰ ਜਿੰਨੀ ਰਾਇਲਟੀ ਲਈ ਹੈ ਦਸਮ ਗ੍ਰੰਥ ਦੀ ਬਾਣੀ ਤੋਂ ਲੈ ਕੇ ਗਾ ਕੇ ਅੱਜ ਉਹ ਕਿਤੇ ਜਮ੍ਹਾਂ ਕਰਾ, ਫੇਰ ਆਪਣਾ ਕਾਲਾ ਚੋਲਾ ਪਾਈ। ਜਦੋਂ ਤੈਨੂੰ ਟੀ ਸੀਰੀ ਵਾਲਾ ਪੈਸੇ ਦਿੰਦਾ ਸੀ ਉਦੋਂ ਤੂੰ ਹੇਮਕੁੰਟ ਸਾਹਿਬ ਦੀਆਂ ਪਹਾੜੀਆਂ ਤੇ ਚੜ੍ਹ ਕੇ ਸ਼ਬਦ ਗਾਉਂਦਾ ਸੀ। ਹੁਣ ਪੈਸੇ ਕਿੰਨੇ ਦਿੱਤੇ ਨੇ? ਕਿਸੇ ਨੇ ਦਿੱਤੇ ਹੋਣਗੇ ਨਾ। ਮੈਨੂੰ ਮਤਲਬ ਕਿ ਮੁੱਠੀ ਗਰਮ ਹੈ ਪ੍ਰਵਾਨ ਨਰਮ, ਜੇ ਜੋ ਦੇ ਦੋਗੇ ਮੈਂ ਉਸੇ ਉਹੋ ਜੀ ਗੱਲ ਕਰ ਲਾਂਗਾ। ਹੁਣ ਵੀ ਅਗਰ ਜਿਹੜੀ ਸਟੇਟਮੈਂਟ ਦਿੱਤੀ ਹੈ ਉਹ ਹੈ 425 ਚਿੱਤਰ। ਹੁਣ ਇਹ ਪਤਾ ਨਹੀਂ ਕਿਹੜਾ ਦਸਮ ਗ੍ਰੰਥ ਪੜ੍ਹਿਆ ਇਹਨਾਂ ਨੇ ਜਿਹਦੇ 425 ਚਿੱਤਰ ਹੋਣਗੇ। ਕਿਸੇ ਵੀ ਹੱਥ ਲਿਖਤ ਪੋਥੀ, ਪ੍ਰਿੰਟਡ ਪੋਥੀ, ਪੱਥਰ ਦੀ ਛਾਪ ਪੋਥੀ 'ਚ 405 ਚਿੱਤਰ ਹੋਣ, ਜੋ ਸਿੱਧੀ ਇਸ ਚੀਜ਼ ਦੇ ਵੱਲ ਇਸ਼ਾਰਾ ਕਿ ਸਰਦਾਰ ਸਾਹਿਬ ਨੇ ਹਾਲੇ ਤੱਕ ਦਸਮ ਗ੍ਰੰਥ ਦੀ ਸ਼ਕਲ ਨਹੀਂ ਦੇਖੀ, ਨਾ ਪ੍ਰਿੰਟਡ ਤੇ ਨਾ ਹੀ ਪੁਰਾਣੀ ਕੋ ਹੱਥ ਲਿਖਤ ਪੋਥੀ। ਜਾਂ ਇਹਨਾਂ ਨੇ ਹਾਲੇ ਆਪਣੇ ਕੋਈ ਚਿੱਤਰ ਹੋਰ ਬਣਾ ਕੇ ਉਹਦੇ 'ਚ ਐਡ ਕਰਨੇ ਹੋਣਗੇ, 20 ਚਿੱਤਰ ਹੋਰ ਪਾਣਗੇ, ਕਿਉਂਕਿ ਸਭ ਨੂੰ ਪਤਾ ਅੱਜ ਤੱਕ ਇਤਿਹਾਸ ਹੈ ਕਿ ਟੋਟਲ ਚਰਿੱਤਰ 405 ਨੇ। ਆਖਰੀ ਚਰਿੱਤਰ ਜਿਹਦੇ ਚੌਪਈ ਹੈ ਜਿਹੜੀ ਅਸੀਂ ਅੰਮ੍ਰਿਤ ਵੇਲੇ ਅੰਮ੍ਰਿਤ ਸੰਚਾਰ ਵੇਲੇ ਪੜ੍ਹਦੇ ਹਾਂ, ਰੋਜ਼ ਸ਼ਾਮ ਨੂੰ ਰਹਿ ਰਸ ਪੜ੍ਹਦੇ ਹਾਂ, ਉਸ ਆਖਰੀ ਚਰਿੱਤਰ ਦਾ ਹਿੱਸਾ ਹੈ। ਔਰ ਆਖਰੀ ਚਿੱਤਰ ਦੇ ਛੰਦ ਵੀ 405 ਨੇ ਤੇ ਉਹਦਾ ਨੰਬਰ ਵੀ 405 ਹੈ। ਕੋਈ ਇੰਟਰਪੋਲੇਸ਼ਨ ਦੀ ਕਿਤੇ ਵੀ ਗੁੰਜਾਇਸ਼ ਹੀ ਨਹੀਂ। ਇਹ ਐਡੀਟਿੰਗ ਪੈਟਰਨ ਜਿਹੜਾ ਹੈ ਗੁਰੂ ਗ੍ਰੰਥ ਸਾਹਿਬ ਦਾ ਵੀ ਹੈ, ਦਸਮ ਗ੍ਰੰਥ ਦਾ ਵੀ ਹੈ। ਤੇ ਜੇ ਅੱਜ ਮੈਂ ਕਹਾਂ ਜੀ ਚੌਪਈ ਤਾਂ ਗੁਰੂ ਸਾਹਿਬ ਦੀ ਹੈ ਰਚਨਾ, ਲੇਕਿਨ ਉਤਲੀ ਜਿਹੜੀ ਰਚਨਾ ਗੁਰੂ ਸਾਹਿਬ ਦੀ ਨਹੀਂ, ਤਾਂ ਵੀ ਮੇਰੇ ਲਈ ਜਵਾਬ ਦੇਣਾ ਮੁਸ਼ਕਲ ਹੈ, ਕਿਉਂਕਿ ਪੁਰਾਣੀਆਂ ਸਭ ਹੱਥ ਲਿਖਤ ਪੋਥੀਆਂ ਦੇ ਵਿੱਚ ਇਹ ਗੁਰੂ ਸਾਹਿਬ ਦੇ ਹੀ ਰਚਨਾ ਦੇ ਵਜੋਂ ਜਾਣੀ ਜਾਂਦੀ। ਹੁਣ ਇਹ ਤੁਸੀਂ ਇਹ ਵੀ ਦੇਖੋਗੇ ਇਹ ਪੈਟਰਨ ਕੀ ਹੈ ਕਿ ਇਹ ਰੌਲਾ ਜਦੋਂ ਪੈਂਦਾ ਹੈ ਇਹ ਖਾਸ ਮੌਕੇ ਤੇ ਪੈਂਦਾ। ਪਸੌੜੀਆਂ ਨੇ ਜਦੋਂ ਰੌਲਾ ਪਾਇਆ 1928 ਚ ਖਤਮ, ਉਸ ਤੋਂ ਬਾਅਦ ਕੋਈ ਰੌਲਾ ਨਹੀਂ ਪਿਆ ਕਾਫੀ ਦੇਰ। 1966 ਜਦੋਂ ਇਹ ਅਨਾਉਂਸ ਹੋਇਆ ਕਿ ਦਸਮ ਗੁਰੂ ਗੋਬਿੰਦ ਸਿੰਘ ਦੀ ਸੈਂਟਨਰੀ ਮਨਾਈ ਜਾਣੀ ਹੈ, ਇਹ ਰੌਲਾ ਉਦੋਂ ਸ਼ੁਰੂ ਹੋਇਆ। ਰੌਲਾ ਸ਼ੁਰੂ ਹੋਇਆ ਚੰਡੀਗੜ੍ਹ ਤੋਂ। ਮੋਹਰੀ ਕੌਣ ਸੀ? ਡਾਕਟਰ ਕਰਤਾਰ ਸਿੰਘ ਬਾੜੀ। ਔਰ ਉਸ ਦਾ ਜਿਹੜਾ ਬਚਿੱਤਰ ਨਾਟਕ ਤੇ ਉਹਨਾਂ ਦਾ ਲਿਖਾਇਆ ਪੈਂਫਲੇਟ ਬੋਰੀਆਂ ਦੀ ਬੋਰੀਆਂ ਵੰਡਿਆ, ਅੱਜ ਉਹਦੀ ਇੱਕ ਕਾਪੀ ਅਵੇਲੇਬਲ ਨਹੀਂ ਸਾਰੇ ਹਿੰਦੁਸਤਾਨ 'ਚ। ਉਹ ਇੰਨੇ ਗੁਣੀ ਗਿਆਨੀ ਸਨ ਤੇ ਉਹਨਾਂ ਤੋਂ ਕਿਤਾਬ ਲਿਖਾ ਕੇ ਪਬਲਿਸ਼ ਕਰਾ ਕੇ ਲੋਕਾਂ ਦੀ ਰਾਏ ਲੈ ਲੈਂਦੇ। ਇਹ 1966 ਦੀ ਗੱਲ। ਫਿਰ 1966 ਤੋਂ ਲੈ ਕੇ ਤੁਸੀਂ ਦੇਖੋਗੇ ਕਿ 1999 ਤੱਕ ਕੋਈ ਰੌਲਾ ਨਹੀਂ। 1999 ਚ ਫੇਰ ਰੌਲਾ, ਕਾਲਾ ਅਫਗਾਨਾ। ਮੈਂ ਕੋਈ ਕਿਤਾਬ ਲਿਖਾਂਗਾ ਉਹ ਸੀਰੀਅਲ ਵਾਈਜ਼ ਕਰਨੀ ਹੈ, 1 ਵਾਲੀਅਮ 2 ਨੰਬਰ 3 ਨੰਬਰ 4 ਨੰਬਰ, ਤਾਂ ਹੀ ਜਾ ਕੇ ਸੀਰੀਅਲ ਵਾਈਜ਼ ਲਿਖਾਂਗਾ। ਲੇਕਿਨ ਕਾਲਾ ਅਫਗਾਨਾ ਆਪਣੀ ਕਿਤਾਬ 6 ਵਾਲੀਅਮ ਲਿਖ ਕੇ 1999 ਆ ਗਿਆ, ਲਿਖਵਾਉਣ ਵਾਲੇ ਕਹਿੰਦੇ ਵੀ ਹੁਣ ਤੂੰ ਬਚਿੱਤਰ ਨਾਟਕ ਤੇ ਰੌਲਾ ਪਾਉਣਾ, ਤੇ ਉਹ ਆਪਣੀ 10ਵੀਂ ਵਾਲੀਅਮ ਪ੍ਰਿੰਟ ਕਰਾ ਰਿਹਾ ਤੇ ਬਾਹਰ ਬਚਿੱਤਰ ਨਾਟਕ ਵਿੱਚ ਬਚਿੱਤਰ ਦੇ ਸਪੈਲਿੰਗ ਵੀ ਗਲਤ ਸੀ।
ਕਿ ਉਹਨੇ ਕਿੰਨਾ ਕੁ ਵਿਚਿੱਤਰ ਨਾਟਕ ਪੜ੍ਹਿਆ ਹੈਗਾ, ਉਸ ਭਲੀ ਭਾਂਤ ਸੰਗਤ ਜਾਣ ਸਕਦੀ ਹੈ। ਤੇ ਕਿਹੜੀ ਸ਼ਹਿ ਤੇ ਉਹ ਇਨਸਾਨ ਲਿਖ ਰਿਹਾ ਹੋਏਗਾ ਜਿਸ ਨੂੰ ਆਪ ਨੂੰ ਖੁਦ ਨੂੰ ਪੰਜਾਬੀ ਨਹੀਂ ਆਉਂਦੀ, ਤੇ ਕੌਣ ਉਹਦੇ ਲਈ ਲਿਖ ਰਿਹਾ ਹੋਏਗਾ? ਉਹੀ ਲਿਖ ਰਹੇ ਨੇ ਜਿਨ੍ਹਾਂ ਲਈ ਦਸਮ ਗ੍ਰੰਥ 1700 ਪੇਜ ਦਾ ਵੀ ਦਸਮ ਗ੍ਰੰਥ ਉਹਨਾਂ ਨੇ ਦੇਖਿਆ, ਗੁਰਤੇਜ ਸਿੰਘ ਜੀ ਨੇ। ਹਾਲੇ ਤੱਕ ਦਿਖਾ ਨਹੀਂ ਸਕੇ ਵੀ ਕਿੱਥੇ ਪਿਆ, ਕਿਉਂਕਿ ਪੁਰਾਣੀਆਂ ਹੱਥ ਲਿਖਤ ਪੋਥੀਆਂ 1700 ਪੰਨੇ ਹੁੰਦੇ ਹੀ ਨਹੀਂ ਸੀ, ਉਹਦੇ ਫੋਲੀਓਜ਼ ਹੁੰਦੇ ਸੀ, 2 ਪੇਜ ਦਾ 1 ਨੰਬਰ ਹੁੰਦਾ ਸੀ। ਇਹ ਮੈਂ ਇਸ ਕਰਕੇ ਵਿਸ਼ਵਾਸ ਨਾਲ ਕਹਿੰਦਾ, ਵਿਸ਼ਵਾਸ ਕਰਕੇ ਕਹਿੰਦਾ ਮੈਂ ਕੋਈ ਧਿਰ ਨਹੀਂ, ਮੈਂ ਤੇਰੀ ਗੁਰੂ ਦੀ ਹਾਂ। ਇਹਦੇ ਵਿੱਚ ਇੱਕ ਨਹੀਂ ਕਈ ਗ੍ਰੰਥ ਨੇ ਦਸਮ ਗ੍ਰੰਥ ਦੇ ਵਿੱਚ। ਜਿਹੜਾ ਕਹਿੰਦੇ ਨੇ ਨਾ ਪ੍ਰੋਫੈਸਰ ਦਰਸ਼ਨ ਸਿੰਘ ਜੀ, ਇਹਦਾ ਨਾਮ ਬਚਿੱਤਰ ਨਾਟਕ ਗ੍ਰੰਥ ਸੀ। ਇਹ ਗੱਲ ਤਾਂ ਅੱਜ ਤੋਂ 9 ਸਾਲ ਪਹਿਲਾਂ ਗੁਰਤੇਜ ਸਿੰਘ ਨੇ ਕਹੀ ਹੈ। ਜਦ ਤੂੰ ਕੋਈ ਪੋਥੀ ਨਹੀਂ ਦੇਖੀ ਹਾਲੇ ਤੱਕ, ਜਿਸ ਇਨਸਾਨ ਨੇ ਅੱਜ ਤੱਕ ਪੋਥੀ ਨਹੀਂ ਦੇਖੀ, 425 ਚਿੱਤਰਾਂ ਦੀ ਗੱਲ ਕਰਦਾ, ਉਹ 1700 ਪੇਜ ਦੀ ਗੱਲ ਕਰਦਾ, ਉਹ ਇਹਦੇ ਨਾਂ ਦੇ ਬਾਰੇ ਕਿੱਥੋਂ ਜਾਣੂ ਹੋ ਜਾਣਗੇ? ਪੁਰਾਣੇ ਹੱਥ ਲਿਖਤ ਗ੍ਰੰਥ ਦੇਖੋ, ਉਹ ਚ ਦੇਖੋਗੇ तत्करा बचित्र नाटक का, विचित्र नाटक ग्रंथ का, आगे तत्करा चित्रोपख्यान ग्रंथ का, क्योंकि कई ग्रंथ ने वो तत्करा उससे ग्रंथ इक्को च ही है, अलग अलग ग्रंथां दा तत्करा अंदर हैगा। गुरु अंगद साहब दे वंश सन बाबा विनोद सिंह, उन्हां दी पोथी दा टाइटल देखो, 10वें पातशाह दा नाम। ਤੇ ਜਿਹੜੀ 1897 ਚ ਜਿਹੜੀ ਪ੍ਰਿੰਟ ਹੋਈ ਸੀ ਬੁੱਕ, ਉਹਦਾ ਟਾਈਟਲ ਕੀ ਹੈ? ਦਸਮ ਗੁਰੂ ਗ੍ਰੰਥ ਸਾਹਿਬ। ਦਸਮ ਗੁਰੂ ਗ੍ਰੰਥ ਸਾਹਿਬ ਮੀਨ ਕਿ 10ਵੇਂ ਪਾਤਸ਼ਾਹ ਦਾ ਗ੍ਰੰਥ, ਜੋ ਬਾਬਾ ਵਿਨੋਦ ਸਿੰਘ ਦੀ ਪੋਥੀ ਦਾ। ਹੁਣ ਜੇ ਟਾਈਟਲ ਦੇਖਣਾ ਹੈ ਕਿ ਕਿਸੇ ਵੀ ਪੁਰਾਣੀ ਪੋਥੀ ਜਿੰਨੀਆਂ ਵੀ ਇਸ ਵਕਤ ਅਵੇਲੇਬਲ ਨੇ ਗੁਰੂ ਗ੍ਰੰਥ ਸਾਹਿਬ ਦੀਆਂ, ਸ੍ਰੀ ਗੁਰੂ ਗ੍ਰੰਥ ਸਾਹਿਬ ਕਿਸੇ ਚ ਨਹੀਂ ਲਿਖਿਆ, ਤਤਕਰਾ ਪੋਥੀ ਕਾ ਲਿਖਿਆ। ਮੇਰੇ ਘਰ ਵੀ 2 ਪਈਆਂ, ਦੇਖ ਲੈਣਾ, 1705 ਤੇ 1707 ਦੀ, ਇੱਕ ਤੇ ਗੁਰੂ ਗੋਬਿੰਦ ਸਿੰਘ ਦੇ ਦਸਤਖਤ ਵੀ ਹੈਗੇ ਨੇ। ਕਿਸੇ ਤੇ ਤਤਕਰਾ ਗ੍ਰੰਥ ਸਾਹਿਬ ਦਾ ਲਿਖਿਆ ਦਿਖਾ, ਕਰਤਾਰਪੁਰੀ ਬੀੜ ਤੋਂ ਲੈ ਕੇ ਦਮਦਮੀ ਬੀੜ ਤੱਕ ਕਿਤੇ ਵੇਖੋ, ਉੱਥੇ ਤਤਕਰਾ ਪੋਥੀ ਸਾਹਿਬ ਦਾ ਨਾਮ ਇੱਕ ਅਲੱਗ ਚੀਜ਼ ਹੈ, ਕੰਟੈਂਟ ਅਲੱਗ ਚੀਜ਼ ਹੈ। ਆਥਰਸ਼ਿਪ ਗਲਤ ਹੈ, ਆਥਰਸ਼ਿਪ ਦੀ ਹੈ, ਨਾਮ ਦੀ ਨਹੀਂ। ਇਹ ਇਸ ਤਰ੍ਹਾਂ ਦੇ ਭੁਲੇਖੇ ਪਾ ਕੇ ਬੰਦਾ ਕੋਈ ਕਾਮਯਾਬ ਨਹੀਂ। ਪਿਛਲੇ 80 ਸਾਲਾਂ 'ਚ ਤਾਂ ਕੋਈ ਹੋਇਆ ਨਹੀਂ, ਨਾ ਪਿਛਲੇ 80 ਸਾਲਾਂ 'ਚ ਸਿੱਖਾਂ ਨੇ ਆਪਣੀ ਅਰਦਾਸ ਛੱਡੀ, ਨਾ ਨਿਤਨੇਮ ਦੀਆਂ ਬਾਣੀਆਂ ਛੱਡੀਆਂ, ਨਾ ਹੀ ਅੰਮ੍ਰਿਤ ਸੰਚਾਰ ਛੱਡਿਆ। ਤੇ ਜਿਹੜਾ ਦਸਮ ਗ੍ਰੰਥ ਤੋਂ ਭਗੌੜਾ ਹੋਣਾ ਚਾਹੁੰਦਾ, ਉਸ ਲਈ ਸਭ ਤੋਂ ਪਹਿਲਾਂ ਇਹ ਜਿਹੜੇ ਦਿਖਾਵੇ ਲਈ ਆਪਣੀ ਕਿਰਪਾਨ ਪਾਉਂਦੇ ਨੇ, ਉਹ ਲਾਣੀ ਪਏਗੀ। ਨਿਤਨੇਮ ਦੀਆਂ ਬਾਣੀਆਂ ਛੱਡਣੀਆਂ ਪੈਣਗੀਆਂ, ਅਰਦਾਸ ਛੱਡਣੀ ਪਏਗੀ। ਜਿਹੜਾ ਇਨਸਾਨ ਇਹ ਕਰ ਸਕਦਾ ਹੈ, ਉਹ ਸਿੱਖੀ ਦਾ ਤਿਆਗ ਕਰਕੇ ਜਿੱਥੇ ਮਰਜੀ ਜਾਵੇ। ਇਹ ਜੀ ਬੰਦਿਆਂ ਦੀ ਸਿੱਖ ਕੌਮ 'ਚ ਕੋਈ ਕਮੀ ਨਹੀਂ ਸੀ ਤੇ ਨਾ ਅੱਗੋਂ ਰਹੇਗੀ। 80 ਸਾਲਾਂ 'ਚ ਤਾਂ ਇਹ ਚੀਜ਼ਾਂ ਬਦਲੀਆਂ ਨਹੀਂ, ਅਗਲੇ 800 ਸਾਲ 'ਚ ਨਹੀਂ ਬਦਲਣਗੀਆਂ। ਰੌਲਾ ਪਾਉਣ ਵਾਲੇ ਸਿੱਖੀ ਤੋਂ ਦੂਰ ਹੋ ਕੇ, ਸਿੱਖੀ ਤੋਂ ਬਾਹਰ ਹੋ ਕੇ ਜ਼ਿਲਤ ਦੀ ਜ਼ਿੰਦਗੀ ਜੀ ਕੇ ਤਾਂ ਖਤਮ ਹੋ ਗਏ, ਲੇਕਿਨ ਇਸ ਦੇ ਗੁਣਗਾਨ ਕਰਕੇ, ਇਸ ਨੂੰ ਪ੍ਰਚਾਰ ਕਰਕੇ ਗੁਰਮੁਖ ਜਨਮ ਸਵਾਰ ਦਰਗਾਹ ਚੱਲਿਆ। ਚਾਹੇ ਭਾਈ ਰਣਜੀਤ ਸਿੰਘ ਸੀ, ਜਰਨੈਲ ਸਿੰਘ ਪਿੰਡਰਾਂ ਵਾਲੇ ਸੀ, ਕੋਈ ਵੀ ਸੀ, ਉਹ ਗੁਰਮੁਖੀ ਗਵਾਏ। ਹੋਰ ਕੋਈ ਕੁਐਸਚਨ? ਡਾਕਟਰ ਸਾਹਿਬ, ਸਭ ਤੋਂ ਵੱਧ ਰੌਲਾ ਦਸ਼ਮ ਗ੍ਰੰਥ ਦੇ ਮੁੱਦੇ ਤੇ ਚਰਿਤ੍ਰੋਪਖਿਆਨ ਰਚਨਾ ਦਾ ਪਾਇਆ ਜਾਂਦਾ ਹੈ। ਇਸ ਵਿੱਚ ਮੁੱਖ ਤੌਰ ਤੇ ਐਸਾ ਕਿਹਾ ਜਾਂਦਾ, ਇਸ ਦੀ ਸ਼ਬਦਾਵਲੀ ਵਿੱਚ ਐਸੇ ਲਫ਼ਜ਼ ਵਰਤੇ ਗਏ ਹਨ ਜਿਹੜੇ ਕਿ ਆਮ ਤੌਰ ਤੇ ਇੱਕ ਸਿੱਖ ਆਪਣੇ ਪਰਿਵਾਰ 'ਚ ਬੈਠ ਕੇ ਉਹਨਾਂ ਲਫ਼ਜ਼ਾਂ ਦਾ ਇਸਤੇਮਾਲ ਨਹੀਂ ਕਰ ਸਕਦਾ, ਜਾਂ ਉਸ ਵਿੱਚ ਨਸ਼ਾ ਪ੍ਰੇਰਕ ਰਚਨਾਵਾਂ ਹਨ। ਸੋ ਚਰਿਤ੍ਰੋਪਖਿਆਨ ਦੇ ਅਧਿਐਨ ਵਿੱਚੋਂ ਕੀ ਆਪ ਜੀ ਇਹ ਸਪਸ਼ਟ ਕਰ ਸਕਦੇ ਹੋ ਕਿ ਅਸੀਂ ਇਸ ਧਿਰ ਦਾ ਜਵਾਬ ਕਿਸ ਰੂਪ 'ਚ ਦਿਆਂਗੇ? ਗੱਲ ਹੈ ਜੀ, ਜਿਹੜਾ ਚਰਿਤ੍ਰੋਪਖਿਆਨ ਹੈ, ਇਸ ਦਾ ਜਿਹੜਾ ਸਿਰਲੇਖ ਪੜੋ, ਤ੍ਰਿਆ ਚਿਤ੍ਰਪਾਖਿਆਨ,
ਉਹ ਸਾਰੀ ਚੀਜ਼ ਕਲੀਅਰ ਕਰ ਦਿੰਦਾ। ਪਾਖਿਆਨ ਪ੍ਰਕਿਰਤ ਦਾ ਸ਼ਬਦ ਹੈ, ਜਿਸ ਦੇ ਸ਼ਾਬਦਿਕ ਅਰਥ ਨੇ ਕੋਈ ਕਥਾ ਜਿਹੜੀ ਪਹਿਲਾਂ ਸੁਣਾਈ ਜਾ ਚੁੱਕੀ ਹੋਵੇ, ਲਿਖੀ ਜਾ ਚੁੱਕੀ ਹੋਵੇ, ਉਸ ਨੂੰ ਪਾਖਿਆਨ ਕਹਿੰਦੇ ਨੇ। ਗੁਰੂ ਸਾਹਿਬ ਨੇ ਇਹ ਕਿਸ ਮਨੋਰਥ ਲਈ ਲਿਖੀਆਂ? ਇਹ ਸਟੋਰੀਜ਼ ਆਲਰੇਡੀ ਟੋਲਡ, ਜਿਹੜੀਆਂ ਕਥਾਵਾਂ ਲਿਖੀਆਂ ਜਾ ਚੁੱਕੀਆਂ, ਉਹ ਕਥਾਵਾਂ ਦੇ ਆਪਣੇ ਆਪਣੇ ਕਰੈਕਟਰ ਨੇ, ਆਪਣੇ ਆਪਣੇ ਸੋਰਸਿਸ ਨੇ। ਹੁਣ ਤੁਹਾਨੂੰ ਮੈਂ ਜੇ ਕਹੋਗੇ ਤਾਂ ਮੇਰੇ ਤਾਂ ਆਪਣਾ ਇਹਦੇ ਚ ਦਿੱਤਾ ਹੋਇਆ ਵੀ ਕਿਹੜੇ ਕਿਹੜੇ ਸੋਰਸਿਸ ਤੋਂ ਕਿਹੜੀ ਕਿਹੜੀ ਚੀਜ਼ ਲਈ ਹੋਈ ਹੈ, ਉਹ ਤੁਹਾਨੂੰ ਮੈਂ ਦੱਸ ਵੀ ਸਕਾਂਗਾ। ਪਰ ਗੱਲ ਹੈ ਕਿ ਜਿਹੜੇ ਬੰਦਿਆਂ ਨੇ ਸੁਣਨਾ ਹੀ ਨਹੀਂ ਕੁਝ, ਠੀਕ ਹੈ ਨਾ, ਉਹਨਾਂ ਨੇ ਸਿਰਫ ਆਪਣੀ ਕਹਿਣੀ ਹੈ, ਉਹਨਾਂ ਨੇ ਸੁਣਨਾ ਕੁਝ ਨਹੀਂ। ਇਹ ਉਹਨਾਂ ਲਈ ਨਾ ਹੋਣਾ, ਪ੍ਰੋਗਰਾਮ ਹੀ ਹੋਣਾ ਚਾਹੀਦਾ। ਕਿਉਂਕਿ ਮੈਂ ਆਪਣੀ ਕਿਤਾਬ 'ਚ ਵੀ ਲਿਖਦਾ, ਚਾਹੇ ਮੈਂ 10 ਗ੍ਰੰਥ ਤੇ ਲਿਖਾਂ, ਵੀ ਉਹਨਾਂ ਸਰੋਤਿਆਂ ਲਈ ਨਹੀਂ ਹੈ ਜਿਹੜੇ ਕਿ ਇਸ ਚੀਜ਼ ਦੇ ਅਗੇਂਸਟ ਨੇ। ਇਹ ਉਹਨਾਂ ਲਈ ਹੈ ਜਿਨ੍ਹਾਂ ਨੂੰ ਜਿਹੜੇ ਅਗੇਂਸਟ ਨੇ ਉਹ ਸ਼ੱਕ ਦੇ ਘੇਰੇ 'ਚ ਲਿਆਦੇ ਨੇ। ਹੁਣ ਤੁਹਾਨੂੰ ਮੈਂ ਇੱਕ ਐਗਜ਼ਾਮਪਲ ਦੇਣਾ, ਚਿੱਤਰ ਇੱਕ ਆਂਦਾ 201 ਨੰਬਰ, ਯੂਸੁਫ ਤੇ ਜ਼ੁਲੈਖਾ ਦਾ। ਤੁਸੀਂ ਕੁਰਾਨ ਸ਼ਰੀਫ ਪੜ੍ਹੋ, ਕੁਰਾਨ ਸ਼ਰੀਫ ਦੀ 12ਵੀਂ ਆਇਤ ਇਸੇ ਚਿੱਤਰ ਦੀ ਹੈ। ਗੁਰੂ ਸਾਹਿਬ ਨੇ ਉਸ ਜਿਹੜੀ ਕਹਾਣੀ ਹੈ, ਉਹ ਕਥਾ, ਉਸ ਨੂੰ ਅੱਧਾ ਪੋਰਸ਼ਨ ਦਿੱਤਾ ਸੀ। ਬਾਈਬਲ ਦੀ ਓਲਡ ਟੈਸਟਾਮੈਂਟ 'ਚ ਪਹਿਲਾ ਹੀ ਜਿਹੜਾ ਤੁਹਾਡਾ ਜੈਨਸਿਸ ਦਾ ਪੋਰਸ਼ਨ ਹੈ, ਉਹਦੇ 'ਚ ਇਹ 37 ਤੋਂ 47 ਬੰਦ ਨੇ, ਉਹਦੇ 'ਚ ਸੇਮ ਸਟੋਰੀ ਦਿੱਤੀ ਹੋਈ ਹੈ। ਬਾਈਬਲ 80 ਭਾਸ਼ਾ 'ਚ ਤਰਜਮਾ ਹੋ ਗਿਆ, ਕੁਰਾਨ ਸ਼ਰੀਫ ਦਾ 70 ਭਾਸ਼ਾਵਾਂ 'ਚ ਤਰਜਮਾ ਹੋ ਗਿਆ। ਅੱਜ ਤੱਕ ਤਾਂ ਕਿਸੇ ਨੇ ਦੁਨੀਆ ਦੇ ਬੰਦੇ ਨੇ ਨਹੀਂ ਕਿਹਾ ਕਿ ਵੀ ਇਹ ਅਸ਼ਲੀਲ ਹੈ। ਸਿੱਖਾਂ ਨੂੰ ਅਸ਼ਲੀਲਤਾ ਨਜ਼ਰ ਆ ਰਹੀ ਹੈ ਉਹਦੇ 'ਚ, ਕਿਉਂ? ਔਰ ਇਹ ਜਿਹੜੀ ਸਟੋਰੀ ਹੈ ਯੂਸੁਫ ਤੇ ਜ਼ੁਲੈਖਾ ਦੀ, ਤੇ ਜਿਹੜੀ ਸਟੋਰੀ 21-22 74 ਚ ਗੁਰੂ ਗੋਬਿੰਦ ਸਿੰਘ ਨੂੰ ਫਿੱਟ ਕਰਨ ਦੀ ਕੋਸ਼ਿਸ਼ ਕੀਤੀ ਹੈ ਪ੍ਰੋਫੈਸਰ ਦਰਸ਼ਨ ਸਿੰਘ ਨੇ, ਉਹ 'ਚ ਕੋਈ ਫਰਕ ਨਹੀਂ। ਉਹਦੇ 'ਚ ਵੀ ਜਿਹੜਾ ਯੂਸੁਫ ਹੈ ਉਹ ਆਪਣੇ ਬਾਪ ਦਾ 10ਵਾਂ ਪੁੱਤਰ ਹੈ, ਤੇ ਨਾ ਉਹ ਭਰਾ ਜਿਹੜੇ ਕਹਿੰਦੇ ਨੇ ਵੀ ਇਹ ਜਿਹੜਾ ਛੋਟਾ ਸਭ ਤੋਂ ਪਿਓ ਦਾ ਪਿਆਰ ਸਭ ਤੋਂ ਜ਼ਿਆਦਾ ਇਹ ਸਾਡੇ ਤੋਂ ਪਾਉਂਦਾ, ਤੇ ਅਸੀਂ ਕਿਉਂ ਨਾ ਇਹਨੂੰ ਖਤਮ ਕਰ ਦਈਏ। ਉਹ ਉਹਨੂੰ ਜਾ ਕੇ ਖੂਹ ਸੁੱਟ ਆਉਂਦੇ ਨੇ, ਪਰ ਉਹਨੂੰ ਫੇਰ ਕੋਈ ਕੱਢ ਲੈਂਦਾ। ਜਦੋਂ ਕੱਢ ਲੈਂਦਾ ਤੇ ਉਹੀ ਭਰਾ ਫਿਰ ਵਾਪਸ ਲਿਆ ਕੇ ਉਹਨੂੰ ਵੇਚ ਦਿੰਦੇ ਨੇ। ਈਜਿਪਟ 'ਚੋਂ ਵਿਕ ਗਿਆ। ਜਿਸ ਘਰਾਨੇ 'ਚੋਂ ਵੇਚਿਆ ਗਿਆ ਉਹ ਵੀ ਉਸ ਤੇ ਬਹੁਤ ਵਿਸ਼ਵਾਸ ਕਰਦਾ, ਤੇ ਆਪਣੀ ਔਰਤ ਨੂੰ ਜਦੋਂ ਉਹਦੇ ਕੋਲ ਛੱਡ ਕੇ ਗਿਆ ਤੇ ਔਰਤ ਦਾ ਦਿਲ ਉੱਤੇ ਆ ਗਿਆ, ਤੇ ਔਰਤ ਨੇ ਕੀ ਕੀਤਾ, ਕੁੰਡੀ ਬੰਦ ਕਰ ਲਈ ਤੇ ਉਹਨੂੰ ਸੈਡਿਊਸ ਕਰਨ ਦੀ ਕੋਸ਼ਿਸ਼ ਕੀਤੀ, ਤੇ ਨਾਲ ਉਹਨੂੰ ਇਹ ਕਹਿ ਰਹੀ ਹੈ ਕਿ ਵੀ ਦੇਖ, ਅੱਜ ਨਾ ਤਾਂ ਮਾਲਕ ਹੈ ਤੇਰਾ, ਨਾ ਕੋਈ ਕਮਰੇ 'ਚ ਤੇਰੇ ਮੇਰੇ ਸਿਵਾ। ਤੇ ਉਸ ਦਾ ਕੀ ਜਵਾਬ ਹੈ ਵੀ ਤੈਨੂੰ ਕਿੰਨੇ ਭੁਲੇਖਾ ਪਾਤਾ ਕਿ ਵੀ ਤੇਰੇ ਮੇਰੇ ਸਿਵਾ ਇਸ ਕਮਰੇ 'ਚ ਨਹੀਂ, ਇਸ ਕਮਰੇ 'ਚ ਅੱਲਾ ਵੀ ਦੇਖ ਰਿਹਾ ਜਿਹਨੂੰ ਤੂੰ ਨਹੀਂ ਦੇਖ ਰਹੀ। ਤੇ ਉਹ ਜਦੋਂ ਕੁੰਡੀ ਖੋਲ ਕੇ ਭੱਜਣ ਲੱਗਿਆ ਤਾਂ ਉਹਦਾ ਕੱਪੜਾ ਜਿਹੜਾ ਉਹਦੇ ਚੜ ਗਿਆ ਦਰਵਾਜ਼ੇ 'ਚ। ਉਹਨੇ ਕੱਪੜਾ ਖਿੱਚ ਕੇ ਜਿਹੜੀ ਔਰਤ ਹੈ ਉਹਨੇ ਆਪਣੇ ਕੋਲ ਨਿਸ਼ਾਨੀ ਰੱਖ ਲਈ, ਤੇ ਆਪਣੇ ਘਰ ਵਾਲੇ ਨੂੰ ਕਿਹਾ ਜੀ ਇਹਨੇ ਮੈਨੂੰ ਮੇਰੀ ਇੱਜ਼ਤ ਨੂੰ ਹੱਥ ਮਾਰਨ ਦੀ ਕੋਸ਼ਿਸ਼ ਕੀਤੀ। ਉਹਨੇ ਚਰਿੱਤਰ ਖੇਡ ਗਈ ਨਾ ਆਪਣਾ, ਤੇ ਉਸ ਨੂੰ ਉਹਨਾਂ ਨੇ ਰਾਜੇ ਨੇ ਬੰਦੀ ਬਣਾ ਲਿਆ। ਲੇਕਿਨ ਬੰਦੀ ਵੀ ਸੀ ਪਰ ਹੈ ਤਾਂ ਉਹ ਪ੍ਰੋਫਿਟ ਸੀ, ਤੇ ਉਹਦਾ ਪ੍ਰੋਫਿਟ ਜਿਹੜਾ ਉਹਦੇ ਬੰਦੀ ਖਾਨੇ 'ਚ ਹੀ ਪ੍ਰੂਵ ਹੋ ਗਿਆ। ਅੱਜ ਉਹ ਅਵਤਾਰੀ ਪੁਰਸ਼ ਕਹਾਇਆ ਜਾਂਦਾ ਯੂਸੁਫ ਜ਼ੁਲੈਖਾ ਨੇ। ਹੁਣ ਜਿਹੜੀ ਗੱਲ ਮੁਹੰਮਦ ਸਾਹਿਬ ਨੇ ਕਹੀ, ਮੁਹੰਮਦ ਸਾਹਿਬ ਨੇ ਕਿਹਾ ਕਿ ਵੀ ਇਸ ਜਿਹੜੀ ਕਥਾ ਹੈ ਇਹ ਔਰਤਾਂ ਨੂੰ ਨਾ ਪੜਾਓ, ਲੇਕਿਨ ਆਦਮੀਆਂ ਨੂੰ ਜ਼ਰੂਰ ਪੜਾਓ, ਕਿਉਂਕਿ ਇਹ ਕਥਾ ਦੇ ਵਿੱਚ ਸਾਡੀ, ਜਿਸ ਨੂੰ ਅਸੀਂ ਕੋਡ ਆਫ ਕੰਡਕਟ ਕਹਿੰਦੇ ਹਾਂ, ਅਸੀਂ ਰਹਿਤ ਕਹਿੰਦੇ ਹਾਂ, ਉਹ ਸ਼ਰਅ ਦੀ ਗੱਲ ਕਰਦੇ। ਮੁਹੰਮਦ ਸਾਹਿਬ ਨੇ ਜਿਹੜਾ ਬੁਰਕੇ ਦਾ ਸਿਸਟਮ ਹੈ ਉਹਨਾਂ ਨੇ ਰੱਖਿਆ ਕਿ ਔਰਤ ਨੂੰ ਤੁਸੀਂ ਨੂੰ ਕਿਸੇ ਨੂੰ ਇੱਕ ਵਾਰ ਤਾਂ ਦੇਖ ਲਿਆ, ਅਚਨਚੇਤ ਦੇਖ ਲਿਆ, ਠੀਕ ਹੈ, ਪਰ ਜੇ ਤੁਸੀਂ ਉਹਨੂੰ ਦੁਬਾਰਾ ਦੇਖਣ ਦੀ ਕੋਸ਼ਿਸ਼ ਕਰ ਰਹੇ ਹੋ ਇਹ ਤਾਂ ਮਤਲਬ ਤੁਹਾਡੇ ਮਨ 'ਚ ਪਾਪ ਹੈ। ਹੁਣ ਇਹ ਜਿਹੜੀਆਂ ਮਾਸ ਆਫ ਸਟੋਰੀ ਹੈ
ਇਹ ਪੰਚਤੰਤਰ ਚੋਂ ਵੀ ਹੈ, ਮਹਾਭਾਰਤ ਚੋਂ ਵੀ ਹੈ, ਚਾਰ ਦਰਵੇਸ਼ ਚੋਂ ਵੀ ਹੈ, ਅਲਫ ਲੈਲਾ ਚੋਂ ਵੀ ਹੈ, ਔਰ ਹਿਸਟੋਰੀਕਲ ਵੀ ਨੇ ਜਿਹੜੇ ਜਹਾਂਗੀਰ ਦੇ ਅਕਬਰ ਦੇ ਟਾਈਮ ਦੀਆਂ, ਔਰੰਗਜ਼ੇਬ ਦੇ ਟਾਈਮ ਦੀਆਂ ਹਿਸਟੋਰੀਕਲ ਵੀ ਨੇ। ਇਸ ਤੋਂ ਇਲਾਵਾ ਲੋਕ ਕਥਾਵਾਂ ਵੀ ਨੇ, ਜਿਹੜੀਆਂ ਹੀਰ ਰਾਂਝੇ ਦੀਆਂ, ਸੱਸੀ ਪੁੰਨੋ ਦੀਆਂ ਕਈ ਜਿਹੜੀਆਂ ਲੋਕ ਕਥਾਵਾਂ ਨੇ ਸਾਰੀਆਂ ਨੇ। ਉਧਰ ਨਜ਼ਰ ਕਿਉਂ ਨਹੀਂ ਜਾਂਦੀ? ਜਿਸ ਇਨਸਾਨ ਨੇ, ਜਿਹੜਾ ਰਿਸ਼ੀ ਵਾਤਸਨ ਹੈ, ਉਹਨੇ ਕਾਮ ਸ਼ਾਸਤਰ ਲਿਖਿਆ। ਹੁਣ ਕਾਮ ਸ਼ਾਸਤਰ ਜਿਹੜਾ ਹੈ ਉਹ ਲਿਖਣ ਵਾਲੇ ਨੂੰ ਰਿਸ਼ੀ ਕਿਹਾ ਜਾ ਰਿਹਾ। ਕਿਉਂ ਰਿਸ਼ੀ ਕਿਹਾ ਜਾ ਰਿਹਾ? ਕਿ ਉਹ ਆਪ ਇੰਟਰੋਡਕਸ਼ਨ ਕਹਿੰਦੇ ਕਿ ਆਈ ਅਬਜ਼ਰਵਡ ਸੈਲੀਬੇਸੀ ਵਾਈਲ ਰਾਈਟਿੰਗ ਦਿਸ ਕਾਮ ਸ਼ਾਸਤਰ ਫॉर ਦੀ ਬੈਨੀਫਿਟ ਆਫ ਦੀ ਪਬਲਿਕ। ਤੇ ਖਾਲਸੇ ਦਾ ਜਿਹੜਾ ਰਹਿਤ ਹੈ ਉਹ ਪਰ ਨਾਰੀ ਗਮਨ ਤੇ ਹੈ। ਤੇ ਜੇ ਇਹ ਤ੍ਰਿਆ ਚਿੱਤਰ ਹੈ, ਭਾਈ ਮਨੀ ਸਿੰਘ ਦੀ ਸਿੱਖਾਂ ਦੀ ਭਗਤਮਾਲ ਪੜ੍ਹੋ, ਚ ਉਹਨਾਂ ਨੇ ਕੁਐਸਚਨ ਕੀਤਾ ਕਿ ਜਿਹੜੀ ਬਾਣੀ ਰਚੀ ਗਈ ਪਹਿਲਾਂ ਉਹ ਸਾਰੀ ਭਗਤਮਈ ਸੀ, ਤੇ ਗੁਰੂ ਸਾਹਿਬ ਨੇ ਇਹ ਸੰਸਾਰਮਈ ਤੇ ਜਿਹੜੀ ਤ੍ਰਿਆ ਚਿੱਤਰ ਹੈ ਸੰਸਾਰਮਈ ਤੇ ਯੁੱਧਮਈ ਬਾਣੀ ਕਿਉਂ ਰਚੀ? ਉਹਨਾਂ ਨੇ ਪ੍ਰਯੋਜਨ ਦਾ ਜਵਾਬ ਦਿੱਤਾ ਕਿ ਖਾਲਸੇ ਨੂੰ ਪਰ ਨਾਰੀ ਗਮਨ ਤੋਂ ਬਚਾਉਣ ਲਈ, ਉਸ ਦੇ ਚਾਲਾਂ ਤੋਂ ਸੁਚੇਤ ਕਰਨ ਲਈ ਇਹ ਚੀਜ਼ਾਂ ਲਿਖੀਆਂ ਗਈਆਂ। ਮੇਰੇ ਹਿਸਾਬ ਨਾਲ ਗੁਰੂ ਸਾਹਿਬ ਨੇ ਇਹ ਖਾਲਸੇ ਦਾ ਇਮਤਿਹਾਨ ਲਿਆ। ਖਾਲਸਾ ਮਨਮੁਖ ਭੋਗੀ ਤਾਂ ਨਹੀਂ ਨਾ ਬਣਾਇਆ, ਗੁਰਮੁਖ ਯੋਗੀ ਬਣਾਇਆ ਸੀ। ਤੇ ਜਿਹੜਾ ਗੁਰਮੁਖ ਯੋਗੀ ਹੈ ਉਸ ਦੇ ਸਾਹਮਣੇ ਕੋਈ ਪੇਸ਼ ਕਰ ਦੋ। ਗੁਰੂ ਨਾਨਕ ਸਾਹਿਬ ਨੂੰ ਨਹੀਂ ਸ੍ਰੀਲੰਕਾ 'ਚ ਪੇਸ਼ ਕੀਤੀਆਂ ਗਈਆਂ ਔਰਤਾਂ? ਕੀ ਗੁਰੂ ਨਾਨਕ ਸਾਹਿਬ ਫਿਸਲ ਗਏ? ਇਹ ਕਿਉਂ ਫਿਸਲਦੇ ਨੇ? ਜੇ ਕਥਾਵਾਂ ਪੜ੍ਹ ਕੇ ਇਹਨਾਂ ਦਾ ਮਨ ਦੇ ਵਿੱਚ ਕੋਈ ਕਾਮ ਵਾਸ਼ਨਾ ਜਾਗਦੀ ਹੈ, ਤੇ ਜੇ ਕੋਈ ਇੰਦਰ ਦੀ ਅਸਤਰਾ ਮੇਨਕਾ ਵਰਗੀ ਇਹਨਾਂ ਦੇ ਸਾਹਮਣੇ ਆ ਜੇ ਤੇ ਫੇਰ ਕੀ ਹੋਏਗਾ ਜੀ? ਫੇਰ ਤਾਂ ਕਰੈਕਟਰ ਤਾਂ ਹੈ ਹੀ ਨਹੀਂ। ਇਹ ਕਰੈਕਟਰ ਦਾ ਇਮਤਿਹਾਨ ਹੈ, ਕਰੈਕਟਰ ਦੀ ਫੇਟ ਆਫ ਦੀ ਮੈਨ। ਇਹ ਗੁਰਮੁਖ ਯੋਗੀਆਂ ਲਈ ਹੈ, ਮਨਮੁਖ ਭੋਗੀਆਂ ਲਈ ਨਹੀਂ। ਖਾਲਸਾ ਗੁਰਮੁਖ ਯੋਗੀ ਬਣਾਇਆ ਸੀ, ਮਨਮੁਖ ਭੋਗੀ ਨਹੀਂ ਬਣਾਇਆ ਗਿਆ। ਇਸ ਦੇ ਵਿੱਚ ਜਿਹੜੀ ਨਸ਼ੇ ਵਾਲੀ ਗੱਲ ਕਰਦੇ ਨੇ, ਹੁਣ ਉੱਥੋਂ ਕੈਨੇਡਾ ਤੋਂ, ਮੈਨੂੰ ਕਾਫੀ ਦੇਰ ਦੀ ਗੱਲ ਹੈ ਕਿ ਕੈਨੇਡਾ ਤੋਂ ਇੱਕ ਪ੍ਰੋਫੈਸਰ ਬਲ ਸੀ, ਇਹ ਤਾਂ ਗੁਰੂ ਨਾਨਕ ਯੂਨੀਵਰਸਿਟੀ ਤੋਂ ਗਏ ਨੇ। ਉਹਨਾਂ ਨੇ ਇੱਕ ਪੇਪਰ ਲਿਖਿਆ ਉੱਥੋਂ ਸਿੱਖ ਵਿਰਾਸਤ 'ਚ। ਉਹ 'ਚ ਉਹਨਾਂ ਇੱਕ ਸਟੋਰੀ ਦਿੱਤੀ, ਮੈਨੂੰ ਸਟੋਰੀ ਦਾ ਨੰਬਰ ਨਹੀਂ ਪਤਾ, ਵੀ ਇਹਦੇ 'ਚ ਜੀ ਉਹਨਾਂ ਨੇ ਅਫੀਮ ਖਾਣ ਦਾ ਪ੍ਰਚਾਰ ਕੀਤਾ। ਜਦ ਕਿ ਸਟੋਰੀ ਪੜ੍ਹੋਗੇ ਉਹ ਬਿਲਕੁਲ ਉਲਟ ਸੀ। ਉਲਟ ਇਹ ਸੀ, ਜਿੱਥੋਂ ਤੱਕ ਮੈਨੂੰ ਹਾਲੇ ਤੱਕ ਕੋਈ 5-7 ਸਾਲ ਹੋ ਗਏ ਨੇ, ਕਿ ਉਹ ਇੱਕ ਲੜਕੀ ਹੈ, ਇੱਕ ਪੰਡਤ ਨੂੰ ਭਰਮਾਉਣ ਦੀ ਕੋਸ਼ਿਸ਼ ਕਰਦੀ, ਸੈਡਿਊਸ ਕਰਨ ਦੀ ਕੋਸ਼ਿਸ਼ ਕਰਦੀ ਹੈ। ਪੰਡਤ ਜਿਹੜਾ ਆਪਣੇ ਕਰੈਕਟਰ ਨੂੰ ਮੇਨਟੇਨ ਕਰਦਾ ਹੈ, ਪਰ ਜਦੋਂ ਉਸ ਨੂੰ ਫੀਮ ਖਵਾ ਦਿੰਦੀ ਹੈ ਤਾਂ ਉਹ ਆਪਣਾ ਕਰੈਕਟਰ ਲੂਜ਼ ਕਰ ਦਿੰਦਾ ਹੈ। ਹੁਣ ਦੱਸੋ ਇਹਦੇ 'ਚ ਜਿਹੜੀ ਹੈ ਫੀਮ ਖਾਣ ਦੀ ਸਲਾਹ ਦਿੱਤੀ ਗਈ ਹੈ ਕਿ ਇਹ ਦੱਸਿਆ ਗਿਆ ਵੀ ਇਹਦੇ ਫੈਟਲ ਇਫੈਕਟ ਕੀ ਹੈ। ਔਰ ਤੁਸੀਂ ਜਦੋਂ ਇਹ ਚਰਿੱਤਰ ਸਾਰੇ ਪੜ੍ਹੋ, ਤੁਸੀਂ ਉਹਦੇ 'ਚ ਦੇਖੋਗੇ ਕਿ ਹਰੇਕ ਚਰਿੱਤਰ ਦੇ ਬਾਅਦ ਚਾਹੇ 25 ਬੰਦ ਹੈ, ਚਾਹੇ 400 ਜਾਂ 200 ਜਾਂ 300 ਜਿੰਨੇ ਵੀ ਬੰਦ, ਉਹਦੇ ਪਿੱਛੇ ਇੱਕ ਏਕਾ ਪਾਇਆ ਗਿਆ ਕਿ ਟੋਟਲ ਸਟੋਰੀ ਦਾ ਭਾਵ ਇੱਕ ਲੈਣਾ, ਭਾਵ ਕੱਢਣਾ ਉਹਦੇ 'ਚੋਂ, ਨਾ ਕਿ ਟੋਟੇ ਕਰਕੇ 2-2, 3-3 ਲਾਈਨਾਂ ਦੇ ਕੇ, ਜਿਵੇਂ ਕਿ ਪ੍ਰੋਫੈਸਰ ਦਰਸ਼ਨ ਸਿੰਘ ਨੇ ਕੀਤਾ। ਇਹ ਕਹਿੰਦੇ ਮੇਰੀ ਸੀਡੀ ਡਾਕਟਰ ਨੇ, ਇਹਨਾਂ ਨੇ ਗੁਰੂ ਸਾਹਿਬ ਦੀ ਰਚਨਾ ਨੂੰ ਡਾਕਟਰ ਕਰਕੇ ਲਾਈਨਾਂ ਕੱਢ ਕੇ ਵਿੱਚੋਂ ਪਕੜਾਈਆਂ। ਇਸ ਤਰ੍ਹਾਂ ਜੇ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵੀ ਇੰਜ ਪ੍ਰਚਲਿਤ ਕਰਨ ਲੱਗੇ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਵੀ ਇੰਜ ਹੀ ਅੱਗੋਂ ਟੋਟੇ ਕਰਕੇ ਲੋਕ ਸੁਣਾਉਣਗੇ। ਜਪਜੀ ਸਾਹਿਬ ਜਿਹੜੀ ਹੈ ਵੈਦਿਕ ਸੂਤਰ ਸਟਾਈਲ 'ਚ ਹੈ। ਇੱਕ ਪੌੜੀ ਦੇ ਪਹਿਲੀਆਂ 3-4 ਲਾਈਨਾਂ ਦੇ ਵਿੱਚ ਗੁਰੂ ਸਾਹਿਬ ਇੱਕ ਫਿਲਾਸਫੀ ਦੱਸ ਰਹੇ ਨੇ, ਤੇ ਅਖੀਰਲੀ ਲਾਈਨ 'ਚ ਆਪਣਾ ਮਤ ਦੱਸ ਰਹੇ ਨੇ। ਅਖੀਰਲੀ ਲਾਈਨ ਕੱਢ ਦਿਓ ਤੇ ਗੁਰੂ ਸਾਹਿਬ ਨੂੰ ਬਣਾ ਦਿਓ ਤੁਸੀਂ, ਬਾਕੀ ਜਿਹੜੇ ਮਤ ਦਾ ਧਾਰ ਨਹੀਂ ਬਣਾਉਣਾ ਬਣਾ ਦਿਓ। ਇੰਟਰਪ੍ਰੀਟੇਸ਼ਨ ਜਦੋਂ ਇਹ ਜਿਵੇਂ ਦਿੰਦੇ ਨੇ, ਇਹ ਮਸਲਾ ਹੈ ਨਹੀਂ, ਮਸਲਾ ਖੜਾ ਕੀਤਾ ਜਾਂਦਾ। ਮੈਂ ਫੇਰ ਰਿਪੀਟ ਕਰਦਾ, ਮਸਲਾ ਹੈ ਨਹੀਂ, ਮਸਲਾ ਰਿਪੀਟ ਕੀਤਾ ਜਾਂਦਾ, ਮਸਲਾ ਜਿਹੜਾ ਖੜਾ ਕੀਤਾ ਜਾਂਦਾ ਹੈ। ਔਰ ਸਿੱਖਾਂ ਨੂੰ ਕਹਿੰਦੇ ਵੀ ਤੁਸੀਂ ਭਾਈ ਜਾਗੋ। ਸਿੱਖ ਵੀ
थोड़ी देर बाद जो मसला उठता इनू क्राइसिस मैनेजमेंट क्राइसिस आया मैनेज किया चुप करके उस तो बाद सौ जाते हैं। इस मसले के उत्ते तुहानूं याद होगा कि 1952 ਦੇ ਵਿੱਚ सरदार रणधीर सिंह ने एक पैंफलेट लिखा सी जिहड़ा श्रोमणी कमेटी ने छपाया सी 10वें पातशाह दी शब्द मूरत दसम बड़ा उसनूं असीं रीप्रिंट नहीं करा सके। मार सैमीनारां ते अखबारां 'ਚ इश्तिहार दे के करोड़ां रुपया ला चुके हैं एनी एनर्जी वेस्ट करती ते जिहड़ा रिसर्च दा काम ਉਹਦੇ ਵੱਲ ਅਸੀਂ ਜਾਂਦੇ नहीं। ਅੱਜ 65 साल ਸਾਨੂੰ आजाद होए ਨੂੰ हो गए सिखां दा आर्काइव कोई नहीं। यूनिवर्सिटियां ਅਸੀਂ रोज बनाई जन्ने नवीं चेयर्स रोज नवीं क्रिएट करते हैं। चेयर ते काम करने वाला कोई नहीं हुंदा बिठाया हुंदा लेकिन चेयर तो काम कोई नहीं। ਹੋਰ ਕੁਝ ਡਾਕਟਰ ਸਾਹਿਬ ਜਿਹੜਾ ਹੁਣ ਅਸੀਂ ਪਿਛਲੇ ਸਵਾਲ ਵਿੱਚ ਇਹ ਗੱਲ ਚੱਲੀ ਹੈ ਕਿ ਜਿਵੇਂ ਪ੍ਰੋਫੈਸਰ ਦਰਸ਼ਨ ਸਿੰਘ ਜੀ ਨੇ ਚਰਿੱਤਰ 21 22 23 ਦੀ ਵਿਆਖਿਆ ਵਿੱਚ ਕਿਸੇ ਤਰੀਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਜਬਰਨ ਜਾਂ ਜ਼ਬਰਦਸਤੀ ਉੱਥੇ ਕੋਟ ਕਰਨ ਦੀ ਕੋਸ਼ਿਸ਼ ਕੀਤੀ ਹੈ। ਐਕਚੁਅਲੀ ਚਰਿੱਤਰ ਕੀ ਹਨ ਇਸ ਬਾਰੇ ਬਹੁਤ ਕਨਫਿਊਜ਼ਨ ਹੈ ਸਿੱਖ ਸੰਗਤ 'ਚ। ਐਕਚੁਅਲ ਚਰਿੱਤਰ ਕੀ ਹਨ ਤੇ ਕਿਵੇਂ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਉਸ ਵਿੱਚ ਫਿੱਟ ਕਰ ਦਿੱਤਾ ਤੇ ਕਿਵੇਂ ਉਸ ਵਿੱਚ ਗੁਰੂ ਗੋਬਿੰਦ ਸਿੰਘ ਐਕਚੁਅਲੀ ਉੱਥੇ ਪਾਤਰ ਨਹੀਂ ਹਨ ਲੇਕਿਨ ਪ੍ਰੋਫੈਸਰ ਸਾਹਿਬ ਨੇ ਜਬਰਨ ਕਿਵੇਂ ਉਸ ਵਿੱਚ ਉਸ ਨੂੰ ਕੋਟ ਕਰ ਦਿੱਤਾ। ਜੇ ਜਿਸ ਇਨਸਾਨ ਨੇ ਤਾਂ ਤ੍ਰਿਆ ਚਿੱਤਰ ਪੂਰਾ ਪੜ੍ਹਾ ਹੈਗਾ ਉਸ ਨੂੰ ਪਤਾ ਹੈਗਾ ਕਿ ਇਹਦੇ ਵਿੱਚ ਕਿਉਂਕਿ ਇਹ ਰਾਜਿਆਂ ਦੀ ਹੀ ਲੋਕ ਕਥਾਵਾਂ ਨੇ ਮੰਤਰੀ ਭੂਪਤ ਸੰਵਾਦ ਹੈ ਸੰਵਾਦ ਦੇ ਵਿੱਚ ਆਈਆਂ ਨੇ ਤੇ ਰਾਜੇ ਵੀ ਉਹੀ ਜਿਹੜੇ ਭੋਗ ਵਿਲਾਸੀ ਆਲਸੀ ਇਹ ਉਹਨਾਂ ਦੀਆਂ ਕਥਾਵਾਂ ਨੇ ਤੇ ਰਾਜਿਆਂ ਲਈ ਜਿਹੜਾ ਲਫ਼ਜ਼ ਯੂਜ਼ ਹੋਏ ਨੇ ਉਹ ਹੈ ਰਾਜਾ ਵੀ ਯੂਜ਼ ਕੀਤਾ ਰਾਏ ਵੀ ਯੂਜ਼ ਕੀਤਾ ਔਰ ਨਿਰਪਤ ਵੀ ਯੂਜ਼ ਕੀਤਾ। ਤਿੰਨ ਵਰਡ ਨੇ। ਹੁਣ ਸਾਰੀਆਂ ਸਟੋਰੀ ਗੁਰੂ ਗੋਬਿੰਦ ਸਿੰਘ ਫਿੱਟ ਕਰਦੇ ਫਿਰ ਤੇ ਜੇ ਸਿੰਘ ਲਿਖਿਆ ਹੁੰਦਾ ਤੇ ਦਰਸ਼ਨ ਸਿੰਘ ਨੂੰ ਫਿੱਟ ਕਰ ਦਿੰਦੇ। ਠੀਕ ਹੈ ਨਾ ਜੀ। ਇੱਕ ਤੁਹਾਡੇ ਕੋਲ ਮਿਸਾਲ ਹੈ ਕਿ ਗੁਰੂ ਗੋਬਿੰਦ ਸਿੰਘ ਬਚਿੱਤਰ ਨਾਟਕ ਜਿਹੜਾ ਲਿਖ ਰਹੇ ਨੇ ਜਿਹਦੇ ਚ ਉਹਦਾ ਆਪਣੀ ਕਥਾ ਪੋਰਸ਼ਨ ਹੈ ਉਹ ਆਪ ਲਿਖ ਰਹੇ ਨੇ ਉਹ ਫਸਟ ਪਰਸਨ ਅਕਾਊਂਟ ਹੈ ਇਹ ਥਰਡ ਪਰਸਨ ਅਕਾਊਂਟ ਹੈ। ਫਿਰ ਇਹਦਾ ਟਾਈਟਲ ਜਿਹੜਾ ਤ੍ਰਿਆ ਚਿੱਤਰ ਪਾਖਿਆਨ ਸਟੋਰੀ ਆਲਰੇਡੀ ਟੋਲਡ ਤੇ ਸਭ ਤੋਂ ਵੱਡੀ ਗੱਲ ਹੈ ਕਿ ਇਹ ਚਰਿੱਤਰ ਗੁਰੂ ਸਾਹਿਬ ਫਿਰ ਜਦੋਂ ਲਿਖਿਆ ਗਿਆ ਉਦੋਂ ਪੌਂਟਾ ਸਾਹਿਬ ਨੇ 71ਵਾਂ ਚਿੱਤਰ ਪੜ੍ਹੋ ਨਾ ਸਿਰਮੌਰ ਦੇ ਰਾਜਾ ਦਾ ਚਰਿੱਤਰ 71ਵੇਂ ਚਿੱਤਰ ਜ਼ਿਕਰ ਨਹੀਂ ਕਰਦੇ ਗੁਰੂ ਸਾਹਿਬ ਪੌਂਟਾ ਛੱਡ ਕੇ ਮੈਂ ਕਪਾਲ ਮੋਚਨ ਆ ਗਿਆ ਤੇ ਗੁਰੂ ਸਾਹਿਬ ਤਾਂ ਹੈ ਹੀ ਨਹੀਂ ਅਨੰਦਪੁਰ ਸਾਹਿਬ। ਫਿਰ ਜਿਸ ਇਨਸਾਨ ਦੀ ਕਹਿੰਦੇ ਨੇ ਦਾੜੀ ਪੁੱਟੀ ਗਈ ਇਹਨੇ ਗੁਰੂ ਸਾਹਿਬ ਨੂੰ ਉੱਥੇ ਬਿਠਾਤਾ ਬਈ ਉਹਨੂੰ ਜੁੱਤੀਆਂ ਮਾਰੀਆਂ ਗਈਆਂ ਉਹ ਰੇ ਕੀਤਾ ਉਹ ਜਿਹੜਾ ਉਸ ਮੇਨ ਕਰੈਕਟਰ ਸੀ ਉਸ ਸਟੋਰੀ ਦਾ ਉਸ ਨੇ ਛਲ ਖੇਡ ਕੇ ਆਪਣੀ ਜਾਨ ਤੋਂ ਬਚਾ ਕੇ ਤਾਂ ਭੱਜ ਲਿਆ ਲੇਕਿਨ ਉਹਦਾ ਭਰਾ ਫਸ ਗਿਆ ਉਸ ਔਰਤ ਦਾ ਤੇ ਉਹ ਸਟੋਰੀ ਪੜੋ ਉਹਦੇ ਚ ਤੇ ਹੀ ਕਿ ਉਹਦਾ ਭਰਾ ਜਿਹਨੂੰ ਜੁੱਤੀਆਂ ਪਈਆਂ ਜਿਹਦੀ ਦਾੜੀ ਪੱਟੀ ਗਈ ਇਹ ਉੱਥੇ ਗੁਰੂ ਨੂੰ ਵਿੱਚ ਫਿੱਟ ਕਰ ਰਿਹਾ। ਇਦੋਂ ਵੱਡਾ ਕੌਣ ਹੋਏਗਾ ਗੁਰੂ ਘਰ ਦਾ ਦੁੱਖ ਇਦੋਂ ਵੱਡਾ ਕੋਈ ਨਹੀਂ ਸਕਦਾ। ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਰੌਲਾ ਪਾ ਰਹੇ ਨੇ ਸਰਦਾਰ ਜੀ ਉਸ ਦੇ ਵਿੱਚ ਸਾਰੇ ਬਖਸ਼ੇ ਗਏ ਇੱਕ ਨਿੰਦਕ ਤੇ ਕਿਰਤਕਣ ਨਹੀਂ ਬਖਸ਼ਿਆ ਗਿਆ। ਇਹ ਕਿਰਤਕਣ ਵੀ ਦਿਖਾ ਰਿਹਾ ਨਿੰਦਕ ਵੀ ਬਣ ਰਿਹਾ ਕਿਸ ਆਸ਼ੇ ਲਈ ਬਣ ਰਿਹਾ। ਕਿਰਪਾਨ ਏਡੀ ਚੁੱਕੀ ਆ ਔਰ ਕਿਰਪਾਨ ਮੈਨੂੰ ਪਤਾ ਮੇਰੇ ਨਾਲ ਬੜੀ ਵਾਰੀ ਆਫਿਸ ਚ ਆ ਕੇ ਮੀਟਿੰਗਸ ਹੋਈਆਂ ਮੈਂ ਇਹਨਾਂ ਦੇ ਹੱਥ ਕਦੀ ਕਿਰਪਾਨ ਨਹੀਂ ਦੇਖੀ ਲੇਕਿਨ ਟੀਵੀ ਤੇ ਆਉਣ ਲਈ ਕਿਰਪਾਨ ਚੁੱਕ ਲੈਂਦੇ ਨੇ ਦਿਖਾਵੇ ਲਈ ਭੇਖ ਲਈ। ਔਰ ਉਹ ਕਿਰਪਾਨ ਕਿੱਥੋਂ ਆਈ ਖਾਲਸੇ ਦੀ ਰਹਿਤ ਕਿੱਥੋਂ ਆਈ ਖਾਲਸੇ ਦੀ ਰਹਿਤ ਮਰਿਆਦਾ ਕਿੱਥੋਂ ਆਈ ਖਾਲਸੇ ਦੀ ਮਹਿਮਾ ਕਿੱਥੋਂ ਆਉਂਦੀ ਖਾਲਸੇ ਦੇ ਜੈਕਾਰੇ ਕਿੱਥੋਂ ਆਉਂਦੇ ਨੇ ਦਸਮ ਗ੍ਰੰਥ ਚੋਂ ਆਉਂਦੇ ਨੇ। ਇਸ ਲਈ ਮੈਂ ਕਹਿੰਦਾ ਸੀ ਇਹ ਗੁਰੂ ਗ੍ਰੰਥ ਸਾਹਿਬ ਮੇਰਾ ਹਰਮੰਦਰ ਹੈ ਦਸਮ ਗ੍ਰੰਥ ਮੇਰਾ ਅਕਾਲ ਤਖਤ ਹੈ ਮੈਂ ਆਪਣਾ ਅਕਾਲ ਤਖਤ ਨਹੀਂ ਢਾਹ ਸਕਦਾ। ਬੜਿਆਂ ਨੇ ਢਾਣ ਦੀ ਕੋਸ਼ਿਸ਼ ਕੀਤੀ ਪਰ ਕਾਮਯਾਬ ਨਹੀਂ ਹੋਏ ਤੇ ਦੁਨੀਆ ਚੋਂ ਮੂੰਹ ਕਾਲਾ ਕਰਕੇ ਤੁਰ ਪਏ। ਇਹ ਵੀ ਕਰਕੇ ਦੇਖ ਲੈਣ ਇਹ ਖਾਲਸੇ ਦਾ ਗ੍ਰੰਥ ਹੈ ਇਹ ਆਮ ਆਦਮੀ ਦਾ ਗ੍ਰੰਥ ਹੀ ਨਹੀਂ ਇਹ ਖਾਲਸੇ ਦਾ ਗ੍ਰੰਥ ਹੈ। ਔਰ ਮੈਨੂੰ ਇੱਕ ਗੱਲ ਦੱਸੋ ਦੁਨੀਆ ਦਾ ਕੋਈ ਵੀ ਵਿਸ਼ਵ ਦਾ ਕੋਈ ਗ੍ਰੰਥ ਦਿਖਾਇਓ ਜਿਸ 151 ਮੀਟਰ ਲੱਗੇ ਹੋਣ ਵਿਸ਼ਵ ਦਾ ਕੋਈ ਗ੍ਰੰਥ ਜਿਸ 151 ਮੀਟਰ ਲੱਗੇ ਹੋਣ 11 ਰਾਗ 151 ਮੀਟਰ
151 ਮੀਟਰ ਚੋਂ ਵੀ ਜਿਹੜੇ ਛੰਦ ਨੇ 104 ਜਿਹੜੇ ਨੇ ਪਰੰਪਰਾਗਤ ਛੰਦ, ਬਾਕੀ ਗੁਰੂ ਗੋਬਿੰਦ ਸਿੰਘ ਦੀ ਆਪਣੀ ਬਣਾਈ ਛੰਦ। ਕਿਸੇ ਵੀ ਕਿਤਾਬ ਦੇ ਕਿਸੇ ਵੀ ਪੁਸਤਕ ਦੇ ਵਿੱਚ ਇੰਨੇ ਛੰਦਿਆਂ ਦਾ ਪ੍ਰਯੋਗ ਨਹੀਂ। ਤੇ ਜਿਹੜਾ 54 ਮੀਟਰ ਹੈ ਉਹ ਬਹੁਤ 80% ਤ੍ਰਿਅਜਤ ਯੂਜ਼ ਹੋਇਆ। ਇਹ ਕੋਕ ਪੜਤਾਲ ਦਾ ਵਿਸ਼ਾ ਹੈ, ਅੱਖਾਂ ਨਾਲ ਦੇਖ ਕੇ ਤੇ ਬਿਆਨ ਕਰਨ ਵਾਲਾ ਵਿਸ਼ਾ ਨਹੀਂ ਹੈ। ਗਹਿਰਾ ਸਮੁੰਦਰ ਹੈ ਜਿਹਦੇ ਵਿੱਚ ਗੋਤਾ ਮਾਰ ਕੇ ਕੁਝ ਲੱਭਣ ਦੀ ਜ਼ਰੂਰਤ ਹੈ। ਉੱਤੇ ਉੱਤੇ ਤੈਰ ਕੇ ਤੇ ਆਪਣਾ ਨਮਕ ਵਾਲਾ ਪਾਣੀ ਪੀ ਕੇ ਬਾਹਰ ਆਉਣ ਵਾਲਿਆਂ ਲਈ ਨਹੀਂ ਹੈਗਾ ਇਹ ਕੰਮ। ਮੈਂ ਵਿਸ਼ਵਾਸ ਨਾਲ ਇਸ ਕਰਕੇ ਕਹਿੰਦਾ ਕਿ ਮੈਂ ਇਸ ਦੇ ਗਿਆਨ ਦੇ ਲਈ ਜਿਸ ਬੰਦੇ ਨੂੰ ਭਾਸ਼ਾ ਦਾ ਗਿਆਨ ਤਾਂ ਮੈਂ ਕਹਿੰਦਾ ਬਹੁਤ ਮੁਸ਼ਕਲ ਹੈ। ਬ੍ਰਜ ਸੰਸਕ੍ਰਿਤ, ਹਿੰਦੀ, ਫਾਰਸੀ ਤਾਂ ਬਹੁਤ ਮੁਸ਼ਕਲ ਹੈ, ਪਰ ਜਿਹੜੀ ਸਾਡੀ ਇੰਡੀਅਨ ਰਿਲੀਜੀਅਸ ਟ੍ਰੈਡੀਸ਼ਨਸ ਦੀ ਰੈਫਰੈਂਸਿਸ ਆਉਂਦੀਆਂ ਇਹਦੇ ਵਿੱਚ ਜ਼ਿਕਰ ਆਉਂਦਾ ਉਹਨਾਂ ਦਾ, ਤੇ ਜਿਹੜੇ ਅਲੰਕਾਰ ਨੇ, ਜੇ ਤੁਸੀਂ ਭਾਈ ਕਾਹਨ ਸਿੰਘ ਨਾਭੇ ਦਾ ਪੜ੍ਹੋਗੇ ਨਾ ਗੁਰਸ਼ਬਦ ਅਲੰਕਾਰ, ਮਤਲਬ ਅਲੰਕਾਰ ਦਾ ਯੂਜ਼ ਕਿਵੇਂ ਹੁੰਦਾ, ਤਾਂ ਜਾ ਕੇ ਇਹਦੀ ਠੀਕ ਸਟੱਡੀ ਹੋ ਸਕਦੀ ਹੈ। ਮੈਂ ਤਾਂ ਇਹਦਾ ਹੱਲ ਇੱਕੋ ਹੀ ਹੁੰਦਾ ਕਿ ਦੇਖੋ, ਹੱਲ ਇਹਦਾ ਫੈਸਲਾ ਵੀ ਅਕਾਲ ਤਖਤ ਸਾਹਿਬ ਤੋਂ ਅਗਰ ਹੋਇਆ ਹੈ, ਕਿੰਨੀ ਵਾਰੀ ਹੋ ਚੁੱਕਾ ਜੀ। ਜੇ ਭਸੌੜੀਏ ਐਕਸਕਮਿਊਨੀਕੇਟ ਹੋਏ ਨੇ, ਉਹ ਕਿਸ ਲਈ ਹੋਏ ਸੀ? ਭੱਟ ਬਾਣੀ, ਭਗਤ ਬਾਣੀ ਤੇ ਦਸਮ ਗ੍ਰੰਥ। ਭਾਗ ਸਿੰਘ ਦਸਮ ਗ੍ਰੰਥ ਤੇ ਐਕਸਕਮਿਊਨੀਕੇਟ ਹੋਣਾ। ਫਿਰ ਕਾਲਾ ਅਫਗਾਨਾ ਦਸਮ ਗ੍ਰੰਥ ਤੇ, ਸਪੋਕਸਮੈਨ ਵਾਲਾ ਜੋਗਿੰਦਰ ਸਿੰਘ ਦਸਮ ਗ੍ਰੰਥ ਤੇ। ਹੋਰ ਹੁਣ ਕੀ ਚਾਹੀਦਾ ਕੌਮ ਨੂੰ? ਪ੍ਰਕਾਸ਼ ਦੀ ਗੱਲ ਕਰਦੇ ਹਾਂ। ਦਰਸ਼ਨ ਸਿੰਘ ਰਾਗੀ ਦੀ ਉਨੀ ਉਮਰ ਨਹੀਂ ਜਿੰਨੀ ਕੀਰਤਨ ਸੰਤ ਬਾਬਾ ਸ਼ਾਮ ਸਿੰਘ ਨੇ ਸਰੰਦੇ ਤੇ ਹਰਿਮੰਦਰ ਸਾਹਿਬ ਕੀਤਾ। ਇਹ ਸਾਰੀ ਦੁਨੀਆ ਜਾਣਦੀ। ਤੇ 124 ਸਾਲ ਦੀ ਆਯੂ ਭੋਗ ਕੇ ਅਕਾਲ ਚਲਾਣਾ ਕੀਤਾ। ਉਹਨਾਂ ਦੀ ਇੱਕ ਮੈਸਕ੍ਰਿਪਟ ਫਾਰਮ ਬੁੱਕ ਹੈਗੀ, ਮੇਰੇ ਕੋਲ ਪਈ ਹੈ, ਭਗਤ ਪ੍ਰੇਮ ਪ੍ਰਕਾਸ਼। ਮਹਾਰਾਜਾ ਰਣਜੀਤ ਸਿੰਘ ਨੇ, ਅੰਗਰੇਜ਼ਾਂ ਨੇ ਆ ਕੇ ਇਹਨੂੰ ਚਾਲੂ ਕੀਤਾ, ਤੇ ਉਹ ਕਹਿੰਦੇ ਮਹਾਰਾਜਾ ਰਣਜੀਤ ਸਿੰਘ ਦੇ ਵਕਤ ਦੇ ਜਿਹੜੇ ਰਬਾਬੀ ਸਿੰਘ ਸੀ ਉਹਨਾਂ ਦੇ ਘਰ ਦੋਵਾਂ ਗ੍ਰੰਥਾਂ ਦਾ ਪ੍ਰਕਾਸ਼ ਸੀ। ਹੁਣ ਪ੍ਰਕਾਸ਼ ਕੀ ਹੁੰਦਾ? ਪੌਂਟਾ ਸਾਹਿਬ ਵੀ ਪ੍ਰਕਾਸ਼ ਸੀ, ਅਕਾਲ ਤਖਤ ਸਾਹਿਬ ਦਾ ਵੀ ਪ੍ਰਕਾਸ਼ ਸੀ। ਇਹ ਜਦੋਂ ਆਈ ਨਾ ਤੁਹਾਡੀ ਸਿੰਘ ਸਭਾ ਮੂਵਮੈਂਟ, ਉਹਦੇ ਚ ਬੜੇ ਇਹੋ ਜਿਹੇ ਗਿਆਨੀ ਉਹਨਾਂ ਵਿੱਚ ਵੀ ਸੀਗੇ। ਇਹ ਜਿੰਨਾ ਬੌਧਿਕ ਸਾਹਿਤ ਸੀ ਉਹਨੂੰ ਖਤਮ ਕਰ ਦਿੱਤਾ ਗਿਆ, ਵੀ ਉਹਨਾਂ ਨੂੰ ਪਿੱਛੇ ਧਕਾਏ ਦੋ। ਉਦੋਂ ਹੀ ਸ਼ੁਰੂ ਹੋਈ ਵੀ ਭੱਟ ਬਾਣੀ ਤੇ ਭਗਤ ਬਾਣੀ ਬਾਣੀ ਨਹੀਂ। ਭੱਟ ਬਾਣੀ ਇਹਨਾਂ ਨੂੰ ਗੁਰੂਆਂ ਦੀ ਉਸਤਤ ਗਿਣੀ ਜਾਂਦੀ ਹੈ, ਜਦ ਕਿ ਭੱਟ ਬਾਣੀ ਗੁਰੂ ਦੀ ਉਸਤਤ ਨਹੀਂ ਹੈ। ਭੱਟ ਬਾਣੀ ਦੇ ਵਿੱਚ ਜਿਹੜੀ ਗੁਰੂ ਸਾਡੇ ਗੁਰੂਆਂ ਦੀ ਪਰਮ ਪਿਤਾ ਪਰਮਾਤਮਾ ਦੀ ਆਤਮਾ ਦੇ ਵਿੱਚ ਅਭੇਦ ਹੋਈ ਸ਼ਕਤੀ ਹੈ, ਇਹ ਉਸ ਦਾ ਜ਼ਿਕਰ ਹੈ, ਨਾ ਕਿ ਉਸਤਤ ਹੈ। 5 ਗੁਰੂਆਂ ਦਾ ਤਾਂ ਵਿਖਿਆਨ ਆ ਗਿਆ ਗੁਰੂ ਗ੍ਰੰਥ ਸਾਹਿਬ 'ਚ। ਉਸ ਤੋਂ ਬਾਅਦ ਭਾਈ ਨੰਦ ਲਾਲ ਨੇ ਗੰਜਨਾਮਾ 'ਚ ਕੀਤਾ 10 ਗੁਰੂਆਂ ਦਾ। ਇਹ ਉਸਤਤ ਨਹੀਂ ਹੈ। ਇਹ ਵੀ ਬਹੁਤ ਵੱਡਾ ਭੁਲੇਖਾ ਹੈ। ਅਸੀਂ ਤਾਂ ਜੀ ਉਸਤਤ ਦੇ ਖਿਲਾਫ ਹਾਂ ਤੇ ਗੁਰੂ ਦੀ ਉਸਤਤ ਕੀਤੀ ਗਈ ਹੈ। ਇਹ ਉਸਤਤ ਨਹੀਂ। ਹੁਣ ਰਹੀ ਪ੍ਰਕਾਸ਼ ਦੀ ਗੱਲ। ਮੈਂ ਅਗਰ ਕਿਸੇ ਚੀਜ਼ ਨੂੰ ਪੜ੍ਹਨਾ, ਮੈਂ ਕਿਤਾਬ ਨੂੰ ਖੋਲ ਕੇ ਪੜ੍ਹਾਂਗਾ। ਤੇ ਸਵੇਰੇ ਨਿਤਨੇਮ ਕਰਦਾ ਮੈਂ ਜਦੋਂ, ਉੱਥੇ ਮੇਰੇ ਕੋਲ ਦੋਵਾਂ ਬਾਣੀਆਂ ਦਾ ਪ੍ਰਕਾਸ਼ ਪਿਆ। ਤੇ ਜੇ ਕਿਸੇ ਜਗਿਆਸੂ ਨੂੰ ਜਪਜੀ ਸਾਹਿਬ ਪੜ੍ਹ ਕੇ ਉਸਦੇ ਮਨ ਦਾ ਅੰਧੇਰਾ ਨਹੀਂ ਦੂਰ ਹੁੰਦਾ, ਤਾਂ ਉਹਨੂੰ ਜਪਜੀ ਸਾਹਿਬ ਪੜ੍ਹਨਾ ਉਹਦੇ ਲਈ ਫਜ਼ੂਲ ਹੈ। ਤੇ ਜੇ ਜਾਪ ਸਾਹਿਬ ਪੜ੍ਹ ਕੇ ਉਹਦੇ ਮਨ 'ਚ ਕੋਈ ਪ੍ਰਕਾਸ਼ ਨਹੀਂ ਹੁੰਦਾ, ਪ੍ਰਕਾਸ਼ ਉਹ ਹੈ, ਗੁਰੂ ਲਫ਼ਜ਼ ਹੀ ਸੰਸਕ੍ਰਿਤ ਦਾ, ਗੂ ਤੇ ਰੂ, ਗੂ ਮੀਨ ਅੰਧੇਰਾ, ਰੂ ਮੇਂ ਪ੍ਰਕਾਸ਼। ਤੇ ਗੁਰੂ ਦਾ ਜਿਹੜਾ ਹੈ, ਇਸ ਵਿਉਤਪਤੀ ਜਿਹੜੀ ਹੈ ਨਾ, ਇਸ ਦੇ ਵਿੱਚ ਗੁਰੂ ਦਾ ਮਤਲਬ ਹੀ ਹੈ ਉਹ ਸਿੱਧੀ ਦਾਤਾ, ਉਹ ਬਖਸ਼ਣਹਾਰ ਇਨਸਾਨ, ਜਿਸ ਨੇ ਤੁਹਾਡੇ ਅੰਧੇਰੇ ਮਨ ਦੇ ਪ੍ਰਕਾਸ਼ ਨੂੰ, ਅਤੇ ਅੰਧੇਰੇ ਮਨ ਦੇ ਵਿੱਚ ਕੋਈ ਪ੍ਰਕਾਸ਼ ਕਰ ਦੇਵੇ। ਮੈਂ ਕੱਲ ਹੀ ਇੱਕ ਫੰਕਸ਼ਨ ਵਿੱਚ ਦੇਖਿਆ ਸੀ, ਵਿਦਵਾਨ ਵੀ ਉਹੀ ਹੈ ਜਿਹੜਾ ਗੁਰਪ੍ਰਸਾਦ ਦੇ ਨਾਲ ਆਪਣੇ ਗਿਆਨ ਰਾਹੀਂ ਕਿਸੇ ਦੇ ਅੰਧੇਰੇ ਮਨ ਦੇ ਵਿੱਚ ਕੋਈ ਗਿਆਨ ਦਾ ਪ੍ਰਕਾਸ਼ ਕਰੇ, ਉਹ ਵਿਦਵਾਨ ਹੈ। ਕਿਤਾਬਾਂ ਲਿਖਣ ਵਾਲਾ ਵਿਦਵਾਨ ਨਹੀਂ ਹੋ ਸਕਦਾ। ਗੁਟਕੇ ਵੀ ਆਪਾਂ ਨੂੰ ਚੇਂਜ ਕਰਨੇ ਪੈਣਗੇ,
ਭਾਈ ਸਾਹਿਬ ਅਕਾਲ ਤਖਤ ਦੇ ਜਥੇਦਾਰ ਰਹੇ ਨੇ, ਉਦੋਂ ਕਦੀ ਕਿਸੇ ਉੱਥੇ ਤਖਤਾਂ ਦੇ ਜਥੇਦਾਰਾਂ ਨਾਲ ਕੋਈ ਗੱਲ ਕੀਤੀ ਇਹਨਾਂ ਨੇ? ਕਿਉਂ ਨਹੀਂ ਕੀਤੀ? ਸੀਟ ਚੰਗੀ ਲੱਗਦੀ ਸੀ ਜਾਂ ਕੋਈ ਹੋਰ ਵਜ੍ਹਾ ਹੋਏਗੀ? ਇਹਨਾਂ ਕੋਲ ਪੌਂਡਾ ਸਾਹਿਬ ਚਲੇ ਜਾਓ, ਉੱਥੇ ਤੇ ਦੀਵਾਰਾਂ ਤੇ ਲਿਖਿਆ ਹੋਇਆ ਵਿਚਿੱਤਰ ਨਾਟਕ ਸਾਰਾ। ਗੁਰਦੁਆਰਾ ਢਵਾਓ ਜਾ ਕੇ ਤੇ ਚੋਲਾ ਲਾ ਲਿਓ ਕਾਲਾ ਜਿਹੜਾ ਪਾਇਆ। ਫਿਰ ਸੀਸਗੰਜ ਗੁਰਦੁਆਰੇ ਜਾਓ, ਤੇਗ ਬਹਾਦਰ ਸਿਮਰਿਏ ਘਰ ਨਾ ਦੇ ਵਿੱਚ ਆਏ। ਬੰਗਲਾ ਸਾਹਿਬ ਤੇ ਜੋ ਸ੍ਰੀ ਹਰਕ੍ਰਿਸ਼ਨ ਤੇ ਆਏ, ਜਿੱਠੇ ਸਾਹਿਬ ਦੂਜਾ ਹੈ, ਦਸਮ ਗ੍ਰੰਥ ਚੋਂ ਹੈ, ਉੱਥੇ ਜਾ ਕੇ ਚੋਲਾ ਲਾ ਨਾ ਕੇ। ਇਹ ਕਦੀ ਸੰਤਰੀ ਪੱਗ ਬੰਨ ਕੇ ਬਹਿ ਗਏ ਸੀ ਆਪਰੇਸ਼ਨ ਬਲੂ ਸਟਾਰ ਦੇ ਟਾਈਮ। ਉਹ ਮੈਂ ਵੀ ਉਹ ਕੈਸਟਾਂ ਖਰੀਦੀਆਂ, 20-25 ਕੈਸਟਾਂ ਸੀ ਇਹਨਾਂ ਦੀਆਂ, ਠੀਕ ਹੈ। ਤੇ ਫਿਰ ਗਿਰੇ ਕਿਤੇ? ਇੰਦਰਾ ਗਾਂਧੀ ਦਾ ਸਿਮਰਨ ਕਰਕੇ, ਸਿਮਰਨ ਗੈਸ ਕੰਪਨੀ ਲਈ ਆਪਣੀ ਗੈਸ ਏਜੰਸੀ ਲੈ ਕੇ, ਕਹਿਣ ਕੇ ਨਹੀਂ ਲਈ। ਜੇ ਮੇਰੀ ਇੱਕ ਗਿਰਨਾ ਹੀ ਮੈਂ ਇੱਕ ਛੋਟੀ ਜੀ ਚੀਜ਼ ਦੇ ਉੱਤੇ ਹੈ ਤੇ ਮੈਂ ਵੱਡੀਆਂ ਗੱਲਾਂ ਹੀ ਕਿਉਂ ਕਰਾਂ? ਇਹ ਤੇ ਮੈਨੂੰ ਨਾ ਕੋ ਲਤੀਫਾ ਯਾਦ ਆਉਂਦਾ ਕਿ 8-10 ਦੋਸਤ ਜਾ ਰਹੇ ਸੀ ਤੇ ਨਾਲ ਇੱਕ ਬਾਣੀਆ ਸੀ ਤੇ ਉਹਦੇ ਪੁੱਤਰ ਵੀ ਨਾਲ ਸੀ, ਛੋਟਾ ਬੱਚਾ। ਪੁੱਤਰ ਕਿਤੇ ਪਿੱਛੇ ਗਿਰ ਗਿਆ ਤੇ ਦੋਸਤਾਂ ਨੇ ਕਿਹਾ ਵੀ ਚੁੱਕ ਕਿਤੋਂ, ਉਹ ਤੇਰਾ ਮੁੰਡਾ ਗਿਰ ਗਿਆ। ਕਹਿੰਦਾ ਛੱਡੋ ਜੀ, ਬਾਣੀਆ ਦਾ ਪੁੱਤ ਕਿਸੇ ਚੀਜ਼ ਤੇ ਗਿਰਦਾ, ਕਿਸੇ ਮਾਰ ਤੇ ਗਿਰਦਾ, ਐਵੇਂ ਨਹੀਂ ਗਿਰਦਾ। ਤੇ ਜਾ ਕੇ ਉਹਨੂੰ ਚੁੱਕਿਆ ਤੇ ਹੱਥ 'ਚ ਠੰਡੀ ਸੀ। ਇਹ ਪਤਾ ਨਹੀਂ ਕਿਹੜੀ ਮਾਰ ਤੇ ਗਿਰਦੇ ਨੇ। ਜਾਂ ਤਾਂ ਧਿਆਨ ਕਰਨ ਲੋਕਾਂ ਕੋਲ। ਦੇਖੋ ਰਿਸਰਚ ਕੀ ਹੁੰਦੀ ਹੈ? ਈਅਰਸ ਆਫ ਲੇਬਰਸ। ਪਹਿਲਾਂ ਆਪਣਾ ਆਪ ਦੇਖਦਾ ਕਿ ਮੈਨੂੰ ਇਹ ਕੁਝ ਪਤਾ ਲੱਗਿਆ ਕਿ ਨਹੀਂ ਦਾ। ਮੈਨੂੰ ਆਪ ਨੂੰ ਤਾਂ ਪਤਾ ਨਹੀਂ, ਚਿਰਤਰ ਮੈਂ 425 ਕਹੀ ਜਾਂਦਾ। ਅੰਮ੍ਰਿਤ ਛਕ ਕੇ ਮੈਂ ਕਹਾਂ ਜੀ ਅੰਮ੍ਰਿਤ ਦੀ ਬਾਣੀ ਨਹੀਂ ਹੈਗੀ, ਮੈਂ ਅੰਮ੍ਰਿਤ ਤੋਂ ਵੀ ਭਗੌੜਾ, ਨਿਤਨੇਮ ਤੋਂ ਵੀ ਭਗੌੜਾ, ਅਰਦਾਸ ਤੋਂ ਵੀ ਭਗੌੜਾ, ਸਿੱਖੀ ਦੇ ਵੀ ਭਗੌੜਾ, ਤੇ ਹੈ ਮੈਂ ਸਿੰਘ ਸਾਹਿਬ। ਸਿੰਘ ਸਾਹਿਬ ਕੋਈ ਖਿਤਾਬ ਤੇ ਨਹੀਂ। ਲੱਥ ਗਿਆ, ਉਸ ਤੋਂ ਬਾਅਦ ਕੋਈ ਸਿੰਘ ਸਾਹਿਬ ਨਹੀਂ ਹੁੰਦਾ। ਇਹ ਮਸਲਾ ਜਿਹੜਾ ਹੈਗਾ ਤਾਂ ਖਤਮ ਹੁੰਦਾ ਜੇ ਵਿਵੇਕ ਦੇ ਨਾਲ ਬੰਦਾ ਉਹਨੂੰ ਦੇਖੇ। ਜਿਸ ਨੇ ਵਿਵੇਕ ਹੀ ਨਹੀਂ ਵਰਤਣਾ, ਉਹਦਾ ਮਕਸਦ ਹੀ ਕੁਝ ਹੋਰ ਹੈ। ਉਹ ਹੈ ਕਿ ਤੁਸੀਂ ਦੇਖੋਗੇ ਜਿਹੜੇ ਮੁਕੱਦਮੇ ਹੁੰਦੇ ਨੇ ਕ੍ਰਿਮੀਨਲ ਲਾਅਰਸ, ਉਹ ਕੀ ਦੇਖਦੇ ਆ ਵੀ ਮੇਰੇ ਮੁਕੱਦਮ ਨੇ, ਇਹ ਮੇਰਾ ਜਿਹੜਾ ਕਲਾਇੰਟ ਹੈ ਇਹਨੇ ਮਰਡਰ ਤਾਂ ਕੀਤਾ ਹੈ, ਇਹਨੂੰ ਬਚਾਉਣਾ ਕਿਵੇਂ ਹੈ? ਉਹ ਕਹਿੰਦਾ ਜੀ ਐਂ ਕਰੋ ਕੇਸ ਨੂੰ ਡਾਊਟਫੁਲ ਬਣਾਓ ਤੇ ਬੈਨੀਫਿਟ ਡਾਊਟ ਲਓ। ਇਹੀ ਕੁਝ ਕਰ ਰਹੇ ਨੇ ਵੀ ਦਸਮ ਗ੍ਰੰਥ ਨੂੰ ਡਾਊਟਫੁਲ ਬਣਾਈ ਜਾਓ ਤੇ ਉਹਦਾ ਬੈਨੀਫਿਟ ਡਾਊਟ ਜਿਹੜਾ ਨਾ ਲੈ ਕੇ ਆਪ ਹੀਰੋ ਬਣੋ ਤੇ ਸੰਗਤ ਨੂੰ ਸ਼ੰਕੇ 'ਚ ਪਾਓ। ਵਿਦਵਾਨ ਸ਼ੰਕੇ ਦੂਰ ਕਰਦਾ ਕਿ ਸ਼ੰਕੇ ਪਾਉਂਦਾ? ਇਹਦੇ ਕੀ ਵਿਦਵਤਾ ਜੀ ਕਿ ਸ਼ੰਕੇ ਪਾ ਦਿਓ ਤੇ ਸ਼ੰਕੇ ਦੂਰ ਕਰਨ ਵਾਲਾ ਵਿਦਵਾਨ ਹੁੰਦਾ, ਸ਼ੰਕੇ ਪਾਉਣ ਵਾਲਾ ਕਦੀ ਵਿਦਵਾਨ ਨਹੀਂ ਪਾਉਂਦਾ। ਪੰਥਕ ਡਾਟ FM ਦੇ ਸਰੋਤਿਆਂ ਨਾਲ ਡਾਕਟਰ ਅਨੁਰਾਗ ਸਿੰਘ ਜੀ ਦੀ ਇਹ ਵਿਸ਼ੇਸ਼ ਮੁਲਾਕਾਤ ਅਸੀਂ ਇੱਥੇ ਹੀ ਖਤਮ ਕਰਾਂਗੇ। ਆਸ ਕਰਦੇ ਹਾਂ ਭਵਿੱਖ 'ਚ ਡਾਕਟਰ ਸਾਹਿਬ ਫਿਰ ਸਾਨੂੰ ਆਪਣਾ ਕੀਮਤੀ ਸਮੇਂ ਵਿੱਚੋਂ ਸਮਾਂ ਜ਼ਰੂਰ ਦੇਣਗੇ ਤਾਂ ਕਿ ਅਸੀਂ ਪੰਥਕ ਦੇ ਸਰੋਤਿਆਂ ਦੇ ਹੋਰ ਸਵਾਲਾਂ ਦੇ ਜਵਾਬ ਡਾਕਟਰ ਸਾਹਿਬ ਕੋਲੋਂ ਲੈ ਸਕੀਏ। ਤਦ ਤੱਕ ਡਾਕਟਰ ਅਨੁਰਾਗ ਸਿੰਘ ਜੀ ਵੱਲੋਂ ਅਤੇ ਪੰਥਕ ਦੇ ਸਟਾਫ ਵੱਲੋਂ ਸਮੂਹ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।